कबहूँ ही हेते, एह बिद मन मह पावो। गुरपूरा भेटियो वड भागी, जन नानक कतह न थावो। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराहे, तेहा हऊँ करी वख्यान। डंडौत बंदन अनिक बार, सर्व कला समरथ। डोलन ते राखो प्रभु, नानक दे कर हथ। डोलन ते राखो प्रभु, नानक दे कर हथ। परम सन्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर संध्या दे इस गुरमत दीवान दी आप जी हाजरी पर रहे हो। सतगुरां दे अमृत बचन कीर्तन रूप आप जी ने सरवण कीते ने। भाई साहब जी ने कीर्तन दी संपन्नता भाई गुरदास साहब जी दी रचना विचों गुरु दा प्यार ओढ़क तक निभदा है। पीर मुरीदा पिरहड़ी ओहो निभ है नाले। संसार दा प्यार ओढ़क तक निभण वाला नहीं, क्योंकि इस प्यार दी आरंभता संजोग है ते इस प्यार दा अंत जिहड़ा है वो विजोग है। घर विच बच्चा जन्म लैंदा है वो संजोग करके आया है, पर सच ये भी जिहड़ा अज मिलिया उहदे नाल विजोग एक दिन जरूर पैना है। मां बाप दा प्यार है पर एक दिन विजोग बनेगा। पुत्रां धियां दा प्यार है एक दिन विछोड़ा बनेगा। पर सतगुरु का प्यार, शब्द दा प्यार, गुरबाणी दी मोहब्बत ऐसी है कि तन बिनस जाए पर गुरु दी प्रीत जिहड़ी वो आत्मा दे नाल निभदी है। ये आप जी ने सरवण कीता। आओ जो लड़ीवार सतगुरां दी किरपा नाल आपां विचार कर रहे हां, उस संबंध विच उस लड़ी नूं अगे आप जी दे सन्मुख बेनती कर सकां। विचार दी आरंभता तो पहला आप संगत आसीस बख्शो, क्योंकि ये सच्चाई है कि जितना मर्जी कोई विद्वान होवे, सूझवान ज्ञानवान होवे, गंधर्व कीर्तनिया होवे,
ਪਰ ਸੰਗਤ ਵਿੱਚ ਮਾਲਕ ਆਪ ਵਰਸਦਾ ਹੈ, ਵਰਤਦਾ ਹੈ। ਆਪ ਅਸੀਸ ਬਖਸ਼ੋ, ਭਾਵਨਾ ਸ਼ਰਧਾ ਨਾਲ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਆਪ ਨਾਲ ਕਰ ਸਕਾਂ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਭਾਈ ਸਾਹਿਬ ਦੀ ਰਚਨਾ ਵਿੱਚੋਂ ਗੁਰਸਿੱਖੀ ਦੀ ਨਿਸ਼ਾਨੀ ਕੀ ਹੈ, ਇਸ ਦੇ ਸੰਬੰਧ ਵਿੱਚ ਅਸੀਂ ਤੀਸਰੇ ਪੜਾਅ ਦੀ ਵਿਚਾਰ ਕੀਤੀ ਸੀ। ਪਹਿਲਾਂ ਅਸਾਂ ਵਿਚਾਰਿਆ ਸੀ ਸਿੱਖ ਕੌਣ ਹੈ, ਕਿਉਂਕਿ ਉਹ ਵਿਚਾਰ ਤਾਜ਼ਾ ਰਹੇ। ਉਸ ਦਿਨ ਇੱਕ ਬੇਨਤੀ ਕੀਤੀ ਸੀ ਕਿ ਜਿਸ ਪਰਿਪੂਰਨ ਪਰਮਾਤਮਾ ਦਾ ਚੱਕਰ ਚਿੰਨ ਰੂਪ ਰੇਖ ਰੰਗ ਕੁਛ ਵੀ ਨਹੀਂ, ਪਰ ਉਹ ਹੋਂਦ ਵਾਲਾ ਹੈ, ਜਿਸ ਨੂੰ ਅਚਲ ਮੂਰਤ ਅਕਾਲ ਮੂਰਤ ਸ਼ਬਦ ਵਰਤੇ, ਉਹ ਸਤਿਗੁਰੂ ਵਿੱਚ ਆਪ ਪ੍ਰਗਟ ਹੁੰਦਾ ਹੈ। ਤੇ ਜਿਸ ਸੰਬੰਧੀ ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਤੇ ਅਗਲੇ ਬਚਨ ਨੇ ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਤੇ ਉਸ ਦਿਨ ਅਰਜ਼ ਕੀਤੀ ਸੀ, ਜਦੋਂ ਸਿੱਖ ਗੁਰ ਪਰਮੇਸ਼ਵਰ ਦੇ ਰੂਪ ਨੂੰ ਬਾਣੀ ਚੋਂ ਪੜ੍ਹੇਗਾ ਤੇ ਇਹਦੀ ਅਟੁੱਟ ਆਸਥਾ ਸ਼ਰਧਾ ਭਰੋਸਾ ਬਸ ਇੱਥੇ ਆ ਕੇ ਟਿਕੇਗਾ ਕਿ ਨਿਰਾਕਾਰ ਦੇ ਆਕਾਰ ਦਾ ਨਾਮ ਹੀ ਧੰਨ ਗੁਰੂ ਨਾਨਕ ਸਾਹਿਬ ਹੈ। ਭਾਈ ਗੁਰਦਾਸ ਸਾਹਿਬ ਨੇ ਤਾਂ ਇੱਥੋਂ ਤੱਕ ਸ਼ਬਦ ਵਰਤਿਆ ਹੈ ਜੀ ਕਿ ਸਤਿਗੁਰੂ ਨਾਨਕ ਦਿਓ ਹੈ ਨਿਰੰਕਾਰ ਆਕਾਰ ਬਣਾਇਆ। ਨਿਰਾਕਾਰ ਨੇ ਜੋ ਆਕਾਰ ਬਣਾਇਆ, ਕਿਉਂਕਿ ਸਿੱਖ ਦੀ ਸ਼ਰਧਾ ਆਪਣੇ ਗੁਰੂ ਪ੍ਰਤੀ। ਤੇ ਤੀਸਰੀ ਬੇਨਤੀ ਕੀਤੀ ਸੀ ਕਿ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੈ, ਸ਼ਬਦ ਦੀ ਕਿਰਪਾ ਹੈ ਪਿਆਰਿਓ, ਉਹ ਸੁੱਖ ਦੇ ਵਿੱਚੋਂ ਪ੍ਰਗਟ ਹੁੰਦੀ ਹੈ। ਫਿਰ ਪਾਰ ਬ੍ਰਹਮ ਆਪ ਸਤਿਗੁਰੂ ਵਿੱਚ ਵਰਤਦਾ ਹੈ, ਸਤਿਗੁਰੂ ਆਪ ਆਪਣੇ ਸਿੱਖ ਵਿੱਚ ਵਰਤਦਾ ਹੈ। ਸਿੱਖ ਦੀ ਸੰਗਤ ਗੁਰੂ ਦੀ ਨੇੜਤਾ ਤੇ ਪਰਮਾਤਮਾ ਦੀ ਨੇੜਤਾ ਹੈ। ਇਹ ਪਹਿਲੇ ਦਿਨ ਅਸੀਂ ਵਿਚਾਰਿਆ ਸੀ, ਮੇਰਾ ਖਿਆਲ 2 ਦਿਨ ਕਿ 1 ਦਿਨ ਲਾਇਆ। ਉਸ ਤੋਂ ਬਾਅਦ 2 ਦਿਨ ਅਸੀਂ ਵਿਚਾਰ ਕੀਤੀ ਕਿ ਜਿਵੇਂ ਪਾਣੀ ਧਰਤੀ ਤੋਂ ਨੀਵਾਂ ਹੈ, ਧਰਤੀ ਸਭ ਤੋਂ ਨੀਵੀਂ, ਧਰਤੀ ਤੋਂ ਨੀਵਾਂ ਪਾਣੀ। ਗੁਰੂ ਨਾਨਕ ਸਾਹਿਬ ਦੇ ਅਭਿਆਸੀ ਸਿੱਖ, ਕਰਨੀ ਵਾਲੇ ਸਿੱਖ, ਉਹਦੀ ਪਹਿਲੀ ਨਿਸ਼ਾਨੀ ਇਹ ਵੇ ਕਿ ਜੋ ਮਰਜ਼ੀ ਉਹਦੇ ਕੋਲ ਸੰਸਾਰਿਕ ਪੱਧਰ ਤੇ ਹੋਵੇ, ਪਰ ਰੂਹਾਨੀਅਤ ਦੇ ਪੱਧਰ ਤੇ ਸੱਚ ਇਹ ਵੇ ਉਹ ਸਭ ਦੇ ਚਰਨਾਂ ਦੀ ਧੂੜ ਹੀ ਬਣ ਕੇ ਰਹਿੰਦਾ ਹੈ। ਉਸ ਕੋਲ ਨਿਮਰਤਾ ਹੈ। ਜਿਵੇਂ ਸਾਹਿਬ ਨੇ ਕਿਹਾ, ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਸਪਿਰਿਚੁਅਲਿਟੀ ਵਿੱਚ ਸਭ ਤੋਂ ਉੱਚਾ, ਉਹਦੇ ਤੋਂ ਉੱਚਾ ਕੋਈ ਨਹੀਂ। ਪਰ ਮਨ ਉਹਦੇ ਨੂੰ ਪੁੱਛ ਕੇ ਦੇਖੋ, ਇੰਨਾ ਉੱਚਾ ਹੋ ਕੇ ਵੀ ਉਹ ਸਭ ਦੇ ਚਰਨਾਂ ਦੀ ਧੂੜ ਹੀ ਬਣ ਕੇ ਰਹਿੰਦਾ ਹੈ। ਇਹ ਸੀ 2 ਦਿਨ ਵਿਚਾਰਿਆ। ਕੱਲ ਉਸ ਤੋਂ ਬਾਅਦ ਇੱਕ ਬੇਨਤੀ ਕੀਤੀ ਸੀ ਕਿ ਪਾਣੀ ਨਿਵਾਨ ਵਿੱਚ ਠਹਿਰਦਾ ਹੈ, ਨਿਵਾਨ ਵੱਲ ਤੁਰਦਾ ਹੈ। ਤੇ ਜਦੋਂ ਨਿਵਾਨ ਵੱਲ ਤੁਰਦਾ ਹੈ ਤੇ ਇੱਥੇ ਅਸੀਂ ਇਹਦੇ ਭਾਵ ਅਰਥ ਲਏ ਸਨ ਕਿ ਜਿਵੇਂ ਨਿਮਰਤਾ ਵਾਲਾ ਪਾਣੀ ਨੀਵੀਆਂ ਥਾਵਾਂ ਵਾਲੇ ਪਾਸੇ ਜਾਂਦਾ ਹੈ, ਜਿਸ ਸਿੱਖ ਨੂੰ ਸਤਿਗੁਰੂ ਨੇ ਨਿਮਰਤਾ ਦੀ ਸ਼ਬਦ ਦੀ ਦਾਤ ਦਿੱਤੀ, ਜਿਨ੍ਹਾਂ ਬੇਸਹਾਰਿਆਂ ਨੂੰ, ਨਿਮਾਣਿਆਂ ਨੂੰ, ਲਤਾੜਿਆਂ ਨੂੰ ਕੋਈ ਵੀ ਸੰਭਾਲਦਾ ਨਹੀਂ। ਸੱਚ ਇਹ ਵੇ ਕਿ ਗੁਰੂ ਨਾਨਕ ਸਾਹਿਬ ਦਾ ਸਿੱਖ ਉਹਨਾਂ ਤੱਕ ਮਦਦਗਾਰ ਹੋ ਜਾਂਦਾ ਹੈ ਜਿਨ੍ਹਾਂ ਦਾ ਕੋਈ ਵੀ ਮਦਦਗਾਰ ਨਹੀਂ। ਉਸ ਤੋਂ ਬਾਅਦ ਅੱਜ 3 ਸ਼ਬਦ ਨੇ ਖਾਸ ਕਰਕੇ। ਪਹਿਲਾਂ ਅਸੀਂ ਪੜਿਆ ਸੀ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਕੱਲ ਵਿਚਾਰਿਆ ਸੀ, ਪਾਣੀ ਚੱਲੇ ਨਿਵਾਣ ਨੂੰ। ਜਿਵੇਂ ਪਾਣੀ ਨੀਵੇਂ ਪਾਸੇ ਤੁਰਦਾ ਹੈ, ਸਿੱਖ ਵੀ ਇੱਥੇ ਨਿਵਾਣ ਦਾ ਅਰਥ ਜੀਵਨ ਦਾ ਨਿਵਾਨਤਾ ਨਹੀਂ ਲੈਣੀ। ਮੰਨ ਲਓ ਕੋਈ ਜੀਵਨ ਦੇ ਤੌਰ ਤੇ ਨਿਗਰ ਗਿਆ,
ਇਹਦਾ ਭਾਵ ਅਰਥ ਲਿਆ ਸੀ ਜਿਵੇਂ ਪਾਣੀ ਨਿਵਾਨ ਨੂੰ ਤੁਰਦਾ ਹੈ, ਸਿੱਖ ਵੀ ਨੀਵਿਆਂ ਨੂੰ, ਖਾਸ ਕਰਕੇ ਗੁਰੂ ਕਾਲ 'ਚ ਅੱਜ ਵੀ ਜਿਸ ਨੀਵੇਂ ਨੂੰ ਕੋਈ ਨਹੀਂ ਸੰਭਾਲਦਾ, ਜਿਹੜਾ ਸੱਚਮੁੱਚ ਸਿੱਖੀ ਕਮਾਉਣ ਵਾਲਾ ਉਹਦੇ ਤੱਕ ਆਪਣੀ ਪਹੁੰਚ ਰੱਖਦਾ ਹੈ। ਹੁਣ ਇਸ ਤੋਂ ਅੱਗੇ 3 ਸ਼ਬਦ ਨੇ ਇਸ ਪੌੜੀ ਦੀ ਦੂਜੀ ਤੁਕ ਦੇ, ਉਹ ਵੇ ਨਿਰਮਲ, ਸ਼ੀਤਲ, ਸ਼ੁੱਧ ਪ੍ਰਾਣੀ। ਹਾਲਾਂਕਿ ਸ਼ਬਦ ਬੜੇ ਸਰਲ ਨੇ। ਗੁਰੂ ਨਾਨਕ ਸਾਹਿਬ ਦਾ ਸਿੱਖ ਨਿਸ਼ਾਨੀ ਇਹ ਵੇ, ਉਹ ਜਿਉਂ ਵੀ ਨਿਰਮਲ ਹੈ ਤੇ ਉਹ ਬਾਹਰੋਂ ਵੀ ਨਿਰਮਲ ਹੈ, ਕਿਉਂਕਿ ਪਾਣੀ ਦਾ ਸੁਭਾਅ ਇੱਕ ਨਿਰਮਲਤਾ ਹੀ ਹੈ। ਪਾਣੀ ਜਿੱਥੇ ਨਿਰਮਲ ਹੈ ਉੱਥੇ ਅਤ ਦਾ ਸ਼ੀਤਲ ਠੰਡਾ ਵੀ ਹੈ। ਜਿਸ ਨੂੰ ਦਾਤਾਰ ਨੇ ਅੰਦਰ ਦੀ ਨਿਰਮਲਤਾ ਹੀ ਦਿੱਤੀ ਹੈ, ਚੇਤੇ ਰੱਖਿਓ, ਉਹ ਕਦੀ ਵੀ ਵਾਸ਼ਨਾ ਵਕਾਰਾਂ ਵਿੱਚ ਤਪਦਾ ਨਹੀਂ। ਜਿਸ ਦਾ ਹਿਰਦਾ ਨਿਰਮਲ ਹੋਵੇਗਾ ਉਹ ਸ਼ੀਤਲ ਅਵਸ਼ ਹੋਵੇਗਾ। ਨਿਰਮਲ, ਸ਼ੀਤਲ। ਅੱਗੇ ਭਾਈ ਸਾਹਿਬ ਨੇ ਇੱਕ ਗੱਲ ਕਹੀ, ਸ਼ੁੱਧ ਪ੍ਰਾਣੀ। ਹੁਣ ਨਿਰਮਲ ਤੇ ਸ਼ੀਤਲ, ਵੈਗੁਰੂ ਨਿਰਮਲ ਤੇ ਸ਼ੁੱਧ ਪਰਿਆਵਾਚੀ ਸ਼ਬਦ ਬਣ ਗਏ। ਨਿਰਮਲ ਦਾ ਅਰਥ ਹੈ ਮੈਲ ਰਹਿਤ, ਤੇ ਸ਼ੁੱਧ ਦਾ ਅਰਥ ਵੀ ਮੈਲ ਰਹਿਤ, ਪਵਿੱਤਰ। ਪਰ ਇੱਥੇ ਭਾਈ ਸਾਹਿਬ ਨੇ ਸ਼ਬਦ ਵਰਤਿਆ, ਉਹ ਆਪ ਨਿਰਮਲ ਹੈ, ਆਪ ਸ਼ੀਤਲ ਹੈ, ਸ਼ੁੱਧ ਪ੍ਰਾਣੀ। ਪਰ ਜਿਵੇਂ ਪਾਣੀ ਮੈਲਿਆਂ ਨੂੰ ਧੋ ਕੇ ਨਿਰਮਲ ਕਰ ਦਿੰਦਾ ਹੈ, ਗੁਰੂ ਨਾਨਕ ਸਾਹਿਬ ਦਾ ਨਿਰਮਲ ਤੇ ਸ਼ੀਤਲ ਸਿੱਖ ਜਿਹੜਾ ਉਹਦੀ ਸੰਗਤ ਕਰਦਾ, ਉਹ ਉਹਦੇ ਜੀਵਨ ਨੂੰ ਵੀ ਧੋ ਕੇ ਸ਼ੁੱਧ ਕਰ ਦਿੰਦਾ। ਆਓ ਥੋੜਾ ਜਿਹਾ ਸਿਰਫ ਅੱਜ ਦਾਸ ਨਿਰਮਲ ਸ਼ਬਦ ਸੰਬੰਧੀ ਆਪ ਜੀ ਨਾਲ ਵਿਚਾਰ ਕਰਨੀ ਚਾਹੇਗਾ, ਕਿਉਂਕਿ ਪਾਣੀ ਦਾ ਜਿਹੜਾ ਅਗਲਾ ਗੁਣ ਹੈ ਨਿਰਮਲਤਾ ਹੀ। ਪਾਣੀ ਨੂੰ ਰੱਬ ਨੇ ਇੱਕ ਐਸੀ ਦਾਤ ਦਿੱਤੀ, ਉਹ ਕਦੀ ਵੀ ਮੈਲਾ ਨਹੀਂ ਹੁੰਦਾ। ਸਾਨੂੰ ਪ੍ਰਤੀਤ ਹੁੰਦਾ ਹੈ ਅਸੀਂ ਭਾਂਡੇ ਧੋਨੇ ਆ, ਕਹਿੰਦੇ ਆ ਮੈਲਾ ਪਾਣੀ ਬਾਹਰ ਕੱਢ ਦਿਓ। ਅਸੀਂ ਕੱਪੜੇ ਧੋਨੇ ਆ, ਕਹਿੰਦੇ ਆ ਮੈਲਾ ਪਾਣੀ ਸਾਬਣ ਵਾਲਾ ਬਾਹਰ ਕੱਢ ਦਿਓ। ਪਰ ਸੱਚ ਇਹ ਵੇ ਕਿ ਪਾਣੀ ਦਾ ਸੁਭਾਅ ਹੈ, ਉਹ ਮੈਲ ਨੂੰ ਧੋ ਕੇ ਮੈਲੇ ਨੂੰ ਪਵਿੱਤਰ ਕਰ ਦਿੰਦਾ ਹੈ। ਸਾਨੂੰ ਭਾਸਦਾ ਵੀ ਉਹ ਮੈਲਾ ਹੋ ਗਿਆ, ਆਪਾਂ ਕਹਾਂਗੇ ਟ੍ਰੀਟਮੈਂਟ ਆ ਦੂਸਰੇ ਜਿਹੜੇ ਨੇ ਉਸ ਤਰੀਕੇ ਨਾਲ ਵਾਟਰ ਟ੍ਰੀਟਮੈਂਟ ਨਾਲ ਮੈਲਾ ਪਾਣੀ ਸਾਫ਼ ਹੋਵੇਗਾ, ਨਹੀਂ। ਇਹ ਸਾਡੀ ਲੋੜ ਦੀ ਹੈ, ਕੋਈ ਵੀ ਸਾਫ਼ ਨਾ ਕਰੇ। ਰੱਬ ਨੇ ਇੱਕ ਦਾਤ ਦਿੱਤੀ ਉਹਨੂੰ ਕਿ ਜਿਸ ਪਾਣੀ ਨੂੰ ਮੈਲ ਨੂੰ ਪਾਣੀ ਨੇ ਸਾਫ਼ ਕੀਤਾ, ਮੈਲਾ ਪਾਣੀ ਪਿਆਰ ਹੈ। ਪਰ ਸੱਚ ਇਹ ਵੇ ਇੱਕ ਦਿਨ ਮੈਲ ਥੱਲੇ ਬੈਠ ਜਾਏਗੀ, ਪਾਣੀ ਉੱਡ ਕੇ ਹਵਾ ਵਿੱਚ ਚਲਾ ਜਾਏਗਾ, ਉਹਦੇ ਉੱਤੇ ਮੈਲ ਦਾ ਅਸਰ ਕੋਈ ਨਹੀਂ। ਉਹ ਫਿਰ ਵੀ ਨਿਰਮਲ ਦਾ ਨਿਰਮਲ ਹੈ, ਉਹ ਸਪੇਸ ਵਿੱਚ ਗਿਆ ਹੋਇਆ ਵੀ ਨਿਰਮਲ ਹੈ, ਦੁਬਾਰਾ ਫਿਰ ਵਰਸੇਗਾ। ਮੈਂ ਬੇਨਤੀ ਕਰਾਂ, ਸਿੱਖ ਮੈਲਿਆਂ ਨੂੰ ਨਿਰਮਲ ਕਰਦਾ ਹੈ, ਜਿਵੇਂ ਪਾਣੀ ਮੈਲੇ ਨੂੰ ਨਿਰਮਲ ਕਰਕੇ ਫਿਰ ਵੀ ਨਿਰਮਲ ਹੈ। ਤੇ ਸਿੱਖ ਦਾ ਜੀਵਨ ਇੰਨਾ ਪਵਿੱਤਰ ਹੈ, ਜਿਹੜਾ ਮੈਂ ਸ਼ਬਦ ਵਰਤਿਆ ਸੱਚਮੁੱਚ ਮੈਨੂੰ ਤਾਂ ਸ਼ਬਦ ਵਰਤਨੇ ਪੈਂਦੇ ਨੇ ਕਿਉਂਕਿ ਝੂਠ ਦੀ ਗੁੰਜਾਇਸ਼ ਬੜੀ ਅੱਜ ਜੀਵਨਾਂ ਵਿੱਚ। ਜਿਹੜਾ ਸੱਚਮੁੱਚ ਨਿਰਮਲ ਹੈ ਪਿਆਰਿਓ, ਉਹ ਕਰੋੜਾਂ ਦੇ ਜੀਵਨ ਨੂੰ ਪਵਿੱਤਰ ਕਰ ਜਾਏਗਾ। ਪਰ ਮੈਲਿਆਂ ਦੀ ਸੰਗਤ ਕਰਕੇ ਮੈਲੇ ਨੂੰ ਨਿਰਮਲ ਕਰ ਜਾਏਗਾ, ਆਪ ਫਿਰ ਪਵਿੱਤਰ ਦਾ ਪਵਿੱਤਰ ਹੀ ਰਹਿੰਦਾ ਹੈ। ਆਓ ਥੋੜਾ ਜਿਹਾ ਅਸੀਂ ਦੇਖੀਏ, ਉਂਝ ਨਿਰਮਲ ਸ਼ਬਦ ਦੇ ਕੋਸ਼ਗਤ ਅਰਥ ਦੇਖਾਂਗੇ। ਨਿਰ ਤੇ ਮਲ। ਨਿਰ ਦਾ ਅਰਥ ਹੈ ਰਹਿਤ ਤੇ ਮਲ ਦਾ ਅਰਥ ਹੈ ਮੈਲ। ਨਿਰਮਲ ਦਾ ਅਖਰੀ ਅਰਥ ਹੈ ਕਿ ਜੋ ਮੈਲ ਤੋਂ ਰਹਿਤ ਹੈ। ਅੱਜ 2 ਸ਼ਬਦ ਸਾਹਮਣੇ ਰੱਖਾਂਗੇ। ਹਰ ਰੋਜ਼ ਅਸੀਂ 2 ਪੱਖ ਰੱਖ ਰਹੇ, ਜੇ ਨਿਮਰਤਾਈ ਤੇ 2 ਪੱਖ ਰੱਖੇ। ਅੱਜ ਨਿਰਮਲਤਾਈ ਦੀ ਗੱਲ ਕਰਦੇ ਹਾਂ ਵੀ, ਕਿਉਂਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਰਮਲਤਾ ਤੇ ਪਵਿੱਤਰਤਾ ਤੇ ਸ਼ੁੱਧਤਾ ਦੇ ਨਿਯਤ ਰਾਸਤੇ ਪੂਰਾ ਜ਼ੋਰ ਦਿੰਦੀ ਪਈ ਹੈ। ਪਰ ਦੂਜਾ ਪੱਖ ਇਹ ਵੀ ਰੱਖਿਆ ਗੁਰਬਾਣੀ ਨੇ ਕਿ ਜੇ ਅੰਦਰ ਮੈਲ ਹੋਵੇ ਤੇ ਪਿਆਰਿਓ ਬਾਹਰ ਦੇ ਧਰਮ ਦੇ ਅਡੰਬਰ ਇਹ ਕੁਛ ਨਹੀਂ ਅੱਗੇ ਸਾਨੂੰ ਰੂਹਾਨੀਅਤ ਵਿੱਚ ਦੇ ਸਕਣਗੇ, ਜੇ ਅੰਦਰ ਦੀ ਮੈਲ ਨਹੀਂ ਧੁੱਪਦੀ ਤਾਂ। ਮੈਲਾ ਅੰਦਰ ਕਦੀ ਵੀ ਟਿਕਦਾ ਨਹੀਂ। ਬੇਨਤੀ ਹੈ ਤੇ ਯਾਦ ਰੱਖਿਓ, ਅਸੀਂ ਮੈਲ ਦੇ ਅਰਥ ਆਮ ਤੌਰ ਤੇ ਕਰਨੇ ਆ ਬਾਹਰ ਦੀ ਧੂੜ, ਪਰ ਕਈ ਵਾਰੀ ਬਾਹਰੋਂ ਸਰੀਰ ਬਿਲਕੁਲ ਨਹਾਤਾ ਧੋਤਾ ਪਵਿੱਤਰ ਹੁੰਦਾ ਹੈ ਤੇ ਅੰਦਰ ਜਿਹੜਾ ਅਤ ਦਾ ਮੈਲ ਦੇ ਨਾਲ ਪਲੀਤ ਹੋਇਆ ਹੁੰਦਾ ਹੈ। ਬੇਨਤੀ ਕਰਾਂਗਾ, ਮਨ, ਜਿਸ ਬੰਦੇ ਦਾ ਮਨ ਮੈਲਾ ਹੈ ਉਹਦਾ ਸਾਰਾ ਤਨ ਹੀ ਮੈਲਾ ਹੈ। ਸੁਣਿਓ ਇਹ ਬੇਨਤੀ ਨੂੰ। ਹਾਲਾਂਕਿ ਜੇ ਬਾਹਰਮੁਖੀ ਦੇਖੋਗੇ ਪਾਣੀ ਸਾਬਣ ਸਭ ਕੁਝ ਆਪਾਂ ਵਰਤਨੇ, ਪਰ ਜਿਸ ਬੰਦੇ ਦਾ ਮਨ ਮੈਲਾ ਹੈ ਉਹਦਾ ਤਨ ਸਾਰਾ ਹੀ ਮੈਲਾ ਹੈ।
तन सारे मैले का अर्थ मैं स्किन चमड़ी नहीं करांगा। तन का मैले का मतलब जिस बंदे का मन मैला ओदी अख कदी साफ हो ही नहीं सकती, क्योंकि ओदे इंद्रियां मैलियां रहणगियां। जिस बंदे का मन मैला है ओदे कन मैले रहणगे, जिस बंदे का मन मैला है ओदी जबान मैली रहेगी, जिस बंदे का मन मैला है सच एवे कि ओदे तन दे इंद्रे भी मैल विच खचत रहणगे। गुरु साहब ने बाणी च कहा मन मैला सब किछ मैला। सच एवे कल्ले इंद्रे नहीं, मैले बंदे का मन जिहड़ा है जदों कर्म करदा ओदे कर्मां विचों भी मलीनता ही दिसदी है, सब किछ ही मैला है। ताई सतगुरु ने बाणी च एक तोकी है, सतगुरु की सेवा निर्मली, निर्मल जन होए सो सेवा कर ले। देखो गुरु ग्रंथ साहिब दा पवित्र बचन है, जिस बंदे का मन मैला ओदी अख कदी साफ नहीं, मन मैला ओदे कन साफ नहीं, मन मैला जबान साफ नहीं, मन मैला है ओदियां इंद्रियां साफ नहीं। सच एवे कि मन की मलीनता ही साडे अंदर नूं फिर टिकन नहीं देंदी। मैं अज 10 बेनतियां करनियां ने जो गुरु ग्रंथ साहिब का पाठ करके समझ पई। 10 विघन ने, यूं कह लो 10 तरीके ने जिहदे नाल साडे अंदर मैल दे उछाले उठदे। ओहदे विचों 4 विघन ने साडियां अखां दे, 3 विघन ने साडी आ दृष्टमान बॉडी दे हिस्से दे, है ते चलो अखां भी शरीर दा हिस्सा। 4 अखां दे, उस तो बाद असी वैगुरू 4 साडी जबान दे, 3 साडे शरीर दे ते 4 जेड़े ने 3 जेड़े ने वो साडे अंदर वाले चित्त दे ने। मैं शब्द अखां वरत गया, फिर शुद्ध करना चाहांगा। 4 विघन जेड़े ने वो साडी जबान दे ने, 3 विघन साडे शरीर दे ने ते 3 विघन जेड़े ने वो साडे चित्त दे ने। टोटल ये 10 बन जाते ने। इन्हां विचों 7 तां सामने प्रगट हुंदे ने ते 3 जेड़े ने वो गुज्जे काम करी जाते ने, वो प्रगट नहीं हुंदे। तबाही वो भी बड़ी करदे, क्योंकि असीं दोनों पक्ष लांगे, मलीनता ते निर्मलता। सब तो पहला मैं बेनती करांगा कि देखो नाम जपण वाले आप बैठे हो, पर प्रचारक होने दे नाते सानू बोलना पैंदा। साडे अंदर नाम दा रस क्यों नहीं बनदा? इन्ना धर्म दा बोलबाला होने दे बावजूद बंदा अंदरों क्यों भटकिया होए, अंदरों टिकिया नहीं, कल परे है। बहु गिनती च मैं अर्ज करांगा। ਉਹਦੇ ਵਿੱਚ गुरु ग्रंथ साहिब कहते सब तो पहला तू अपनी जबान दे ऊपर जे 4 विघना नू रोक लें ते सच एवे तू निर्मल सिख बन जाएगा। वो 4 विघन कह लिए या 4 मैल जान वाले साधन। सब तो पहला है जबान दी कठोरता, फिक्कापन। ये सी बाणी चौरस देखी जाएंगे अगे। मैं पहला 10 बोल देना। पहला जबान दी कठोरता, जुदा जबान तो झूठ बोलना, तीजा जबान तो निंदिया करनी ते चौथा जबान तो चुगली करनी, क्योंकि गाली गलोच फिक्केपन च आ जाता है। ये 4 विघन ने जबान दे। ते खास करके मैनू याद है कि पटियाले संत बाबा संगत सिंह जी कमालीए वालियां जप की कथा की ते कई दिन उन्होंने इस ते लाए सन कि जप विच विघन की पैंदा है, रुकावट किहड़ी है। ਉਹਦੇ ਵਿੱਚੋਂ ਵੀ ਕੋਈ ਦਾਸ ਨੂੰ ਸਿੱਖਣ ਨੂੰ ਮਿਲਿਆ। 4 ਜ਼ਬਾਨ ਦੇ ਵਿਘਨ ਤੋਂ ਬਾਅਦ ਨੇ 3 ਸਾਡੀ ਬਾਡੀ ਦੇ। ਉਸ ਬਾਡੀ ਵਿੱਚੋਂ ਸਭ ਤੋਂ ਪਹਿਲਾ ਵਿਘਨ ਹੈ ਕਿ ਸਰੀਰ ਸਾਡਾ ਕਿਸੇ ਦੂਜੇ ਦੇ ਸਰੀਰ ਵਿੱਚ ਵਾਸ਼ਨਾ ਅਧੀਨ ਆਕਰਸ਼ਿਤ ਹੋਵੇ, ਜਿਹਨੂੰ ਪਰਤਨ ਆਪਾਂ ਕਹਿ ਸਕਦੇ। ਹਾਲਾਂਕਿ ਬੇਟੇ ਬੱਚੀ ਮਾਂ ਬਾਪ ਉਹ ਵੀ ਬਾਡੀ ਨੇ, ਤਨ ਉਧਰ ਵੀ ਆਕਰਸ਼ਿਤ ਹੁੰਦਾ ਹੈ, पर याद रखियो उत्थे मलीनता नहीं बनती। मोह कदी कदी मलीन रूप धारण कर। बड़े ध्यान नाल बेनतियां सुनियो। पर जदों बंदा सिमरन करे, बाणी पढ़े ते ओदी बॉडी वासना दे अधीन होके भावें संगत जी बैठा होवे, दूजे तन वाल आकर्षित जो होवेगा, वासना अधीन, सच एवे ओदे अंदर नाम दा विघन पैदा जरूर होवेगा, रुकावट आवेगी। दूजा बॉडी दा जिहड़ा अवगुण है वो है हिंसा करनी। हिंसा का मतलब अपनी बॉडी दे खंकार च किसी मजलूम दे उत्ते हथ चुकना, वो भी अंदरली ठीक नहीं।
ਤੇ ਤੀਸਰਾ ਹੈ ਬੌਡੀ ਕਰਕੇ ਕਿਸੇ ਦਾ ਪਰਾਇਆ ਹੱਕ ਖੋ ਕੇ ਖਾਣਾ। ਇਹ ਤਿੰਨ ਵਿਗਣ ਜਿਹੜੇ ਨੇ ਸਾਡੀ ਬੌਡੀ ਦੇ ਨੇ, 4 ਜ਼ਬਾਨ ਦੇ, 3 ਸਾਡੇ ਸਰੀਰ ਦੇ, ਉਸ ਤੋਂ ਬਾਅਦ 3 ਐਸੇ ਨੇ ਜਿਹੜੇ ਦਿਸਦੇ ਨਹੀਂ। ਤੇ ਪਰ ਚੇਤੇ ਰੱਖਿਓ, ਦਿਸਦਿਆਂ ਨਾਲੋਂ ਅਣਦਿਸਦੇ ਜ਼ਿਆਦਾ ਖਤਰਨਾਕ ਨੇ। ਉਹਦੇ ਵਿੱਚ ਹੈ ਕਿ ਪਰਾਇਆ ਦਾ ਬੁਰਾ ਚਿਤਵਨਾ। ਜਿਹੜਾ ਬੰਦਾ ਸਿਮਰਨ ਕਰੇ, ਬਾਣੀ ਪੜ੍ਹੇ, ਬਖਸ਼ ਦਿਆ ਜੇ, ਤੇ ਹਮੇਸ਼ਾ ਹੀ ਦੂਜੇ ਦਾ ਬੁਰਾ ਚਿਤਵੀ ਜਾਏ। ਬੁਰਾ ਚਿਤਵਨ ਵਾਲਾ ਗੁਟਕਾ ਪਕੜ ਕੇ ਵੀ ਇੱਕ ਪਾਸੇ ਮਿੱਤਰ ਨੂੰ ਖੜਿਆਂ ਕਰਦਾ ਫੁਰਨਿਆਂ ਵਿੱਚ, ਦੂਜੇ ਪਾਸੇ ਦੁਸ਼ਮਣ ਨੂੰ ਖੜਿਆਂ ਕਰਦਾ। ਤੇ ਕਿੰਨਾ ਸਮਾਂ ਸਿਮਰਨ ਕਰਦਾ ਹੋਇਆ ਜ਼ਬਾਨ ਬੋਲਦੀ ਏ, ਪਰ ਅੰਦਰ ਦਾ ਸਵਾਦ ਜਿਹੜਾ ਮਿੱਤਰ ਤੇ ਦੁਸ਼ਮਣ ਨਾਲ ਰਚਾਈ ਜਾਂਦਾ ਹੈ। ਪਰਾਏ ਦਾ ਬੁਰਾ ਚਿਤਵਨਾ ਇਹ ਮਨ ਕਰਕੇ ਦੋਸ਼ ਹੈ, ਪਹਿਲਾ ਮਨ ਦਾ। ਦੂਸਰਾ ਈਰਖਾ ਕਰਨੀ, ਕਿਉਂਕਿ ਪ੍ਰਗਟ ਨਹੀਂ ਹੁੰਦੀ ਈਰਖਾ, ਨਿੰਦਿਆ ਦੇ ਰੂਪ ਚ ਛਾਲੇ ਮਾਰਦੀ, ਪਰ ਈਰਖਾ ਕਰਨੀ, ਜੈਲਸ ਜਿਹਨੂੰ ਕਹਿੰਦੇ ਆ, ਇਹ ਮਨ ਦਾ ਦੋਸ਼ ਹੈ, ਚਿੱਤ ਦਾ। ਤੀਸਰਾ ਹੈ ਕਪਟ ਕਰਨਾ। ਕਪਟ ਵੀ ਰਸਤੇ ਵਿੱਚ ਰੁਕਾਵਟ ਹੈ। ਮੈਂ ਫਿਰ ਦੁਹਰਾ ਕੇ ਨਾ 10 ਦੀ ਵਿਆਖਿਆ ਥੋੜੀ ਜੀ ਕਰ ਸਕਾਂ ਕਿ ਜ਼ਬਾਨ ਦੇ 4 ਦੋਸ਼, ਫਿੱਕਾ ਬੋਲਣਾ, ਝੂਠ ਬੋਲਣਾ, ਨਿੰਦਿਆ ਕਰਨੀ ਤੇ ਚੁਗਲੀ ਕਰਨੀ, ਇਹ ਸੁਧੀ ਮੈਲ ਜੇ, ਸਿੱਖ ਨਿਰਮਲ ਕਿਹੜਾ ਹੈ। ਉਸ ਤੋਂ ਬਾਅਦ 3 ਮੈਂ ਸਰੀਰ ਦੇ, ਚੋਰੀ, ਪਰ ਤਨ ਵੱਲ ਖਚ ਧੋਣਾ, ਕਿਸੇ ਬੇਦੋਸ਼ੇ ਦੇ ਉੱਤੇ ਜਾਣ ਬੁੱਝ ਕੇ ਹਿੰਸਾ ਕਰਨੀ, ਮਜ਼ਲੂਮ ਉੱਤੇ ਜ਼ੁਲਮ ਕਰਨਾ। ਤੇ 3 ਜਿਹੜੇ ਮਨ ਦੇ ਦੋਸ਼ ਨੇ, ਬੁਰਾ ਚਿਤਵਨਾ, ਈਰਖਾ ਤੇ ਕਪਟ। ਇਹ 10 ਵਿਗਨ ਨੇ। ਜਿਹੜਾ ਇਹਨਾਂ 10 ਵਿਗਨਾਂ ਤੋਂ ਮੁਕਤ ਹੋ ਗਿਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਹੀ ਮੇਰਾ ਨਿਰਮਲ ਸਿੱਖ ਹੈ। ਹੁਣ ਆਪਾਂ, ਮੈਂ ਇਹ ਨਹੀਂ ਤੁਹਾਨੂੰ ਕਹਿ ਰਿਹਾ, ਮੈਂ ਸਟੇਜ ਤੇ ਬੈਠਾ ਆਪਣੀ ਵੀ ਗੱਲ ਵਿੱਚ ਕਰ ਰਿਹਾ, ਤੇ ਇਸ ਆਪਣੀ ਗੱਲ ਨੂੰ ਵੀ ਤੁਸੀਂ ਇਸ ਨਾਲ ਲੈਣਾ ਕਿ ਬੜੀ ਨਿਮਰਤਾ ਵਿੱਚ ਭਾਈ ਸਾਹਿਬ ਕਹਿੰਦੇ ਨਹੀਂ, ਜੇ ਦੋਸ਼ ਹੈ ਉਹਨੂੰ ਸਵੀਕਾਰ ਲੈਣਾ ਚਾਹੀਦਾ ਹੈ। ਪਰ ਸਿਧਾਂਤ ਦੀ ਸ਼ਬਦ ਦੀ ਗੱਲ ਕਰਦੇ ਆ, ਪਤਾ ਨਹੀਂ ਕਦੀ ਨਾ ਕਦੀ ਤੇ ਇਸ ਮਨ ਨੂੰ ਲੱਗੇਗੀ ਨਾ। ਗੁਰੂ ਸਾਹਿਬ ਨੇ ਬਾਣੀ ਚ ਕਿਹਾ ਵੀ ਕਿ ਕਰੋ ਯਤਨ ਜੇ ਹੋਏ ਮਿਹਰਬਾਨ, ਉਦਮ ਤਾਂ ਕਰੋ, ਕਿਤੇ ਨਾ ਕਿਤੇ ਸਮਝੇ। ਮੈਂ ਬੇਨਤੀ ਕਰਾਂਗਾ, ਜਿਸ ਬੰਦੇ ਵਿੱਚ ਇਹ 10 ਦੋਸ਼ਾਂ ਤੋਂ ਮੁਕਤ ਹੈ ਸਿੱਖ, ਸੱਚ ਇਹ ਵੇ ਕਿ ਉਹ ਨਿਰਮਾਣਤਾ ਵਾਲਾ, ਉਸ ਤੋਂ ਅਗਲੀ ਅਵਸਥਾ ਉਹ ਨਿਰਮਲ ਹੈ। ਥੋੜਾ ਜਿਹਾ ਉਹ ਬਾਣੀ ਚ ਦੇਖੀ, ਸਾਡੀ ਜ਼ਬਾਨ, ਇਹਦੇ ਤੋਂ ਜੇ ਅਸੀਂ ਫਿੱਕਾ ਬੋਲਨੇ ਆ, ਹਾਲਾਂਕਿ ਮੈਂ ਉਸ ਦਿਨ ਵੀ ਇੱਥੇ ਐਤਵਾਰ ਅਰਜ਼ ਕੀਤੀ ਸੀ, ਜਿਸ ਬੰਦੇ ਦਾ ਬੋਲ ਕਿਸੇ ਦੇ ਅੰਦਰ ਨੂੰ ਸਾੜੇ, ਭਾਵੇਂ ਉਹ ਪਰਿਵਾਰਕ ਤੌਰ ਤੇ, ਬਿਜ਼ਨਸ ਤੇ, ਘਰ ਵਿੱਚ, ਈਵਨ ਕਿ ਧਾਰਮਿਕ ਸਥਾਨ ਤੇ ਵੀ, ਜਿਹੜੀ ਜ਼ਬਾਨ ਦਾ ਬੋਲ ਕਿਸੇ ਬੰਦੇ ਦੇ ਅੰਦਰ ਨੂੰ ਅੱਗ ਲਾਉਂਦਾ ਹੈ ਨਾ, ਉਹਦੇ ਲਈ ਅਰਦਾਸ ਕਰੋ, ਉਹ ਹੀ ਅੱਗ ਲਾ ਸਕਦਾ ਜਿਹਦੀ ਜ਼ਬਾਨ ਪਹਿਲਾਂ ਸੜਦੀ ਹੋਵੇਗੀ। ਕਿਉਂਕਿ ਮਾਚਿਸ ਦੀ ਤੀਲੀ ਪਹਿਲਾਂ ਸੜਦੀ ਏ, ਫਿਰ ਦੂਜੇ ਨੂੰ ਸਾੜਦੀ ਹੈ। ਕਦੀ ਦੇਖੇ ਕਿ ਮਾਚਿਸ ਦੀ ਤੀਲੀ ਅਸੀਂ ਲਾਈਏ, ਉਹ ਸੜੇ ਵੀ ਨਾ ਤੇ ਦੂਜੇ ਨੂੰ ਅੱਗ ਲਾ ਦੇ। ਜਦੋਂ ਵੀ ਤੀਲੀ ਬਾਲਾਂਗੇ, ਪਹਿਲਾਂ ਆਪਣਾ ਮੂੰਹ ਸਾੜੇਗੀ, ਫਿਰ ਦੂਜੇ ਦਾ ਅੰਦਰ ਸਾੜੇਗੀ। ਸੱਚ ਐਵੇਂ ਜਿਹੜਾ ਫਿੱਕਾ ਬੋਲਦਾ ਹੈ, ਉਹ ਪਹਿਲਾਂ ਆਪਣੇ ਆਪ ਨੂੰ ਸਾੜਦਾ, ਫਿਰ ਦੂਜੇ ਨੂੰ ਸੇਕ ਲਾਉਂਦਾ ਹੈ। ਗੁਰਬਾਣੀ 'ਚ ਫਿੱਕਾ ਬੋਲਣ ਦੀ ਸਾਡੀ ਬੋਡੀ ਤੇ ਵੀ ਅਸਰ ਕਰਦਾ ਹੈ, ਤੇ ਪਿਆਰਿਓ ਫਿੱਕਾ ਸਾਡੇ ਮਨ ਤੇ ਵੀ ਅਸਰ ਕਰਦਾ, ਮਹਿਲ ਪੈਦਾ ਕਰਦਾ। ਆਸਾਂ ਕੀ ਵਾਰ ਵਿੱਚ ਆਪ ਪੜ੍ਹਦੇ ਹੋ, ਨਾਨਕ ਫਿੱਕਾ ਬੋਲਿਆ। ਜਿਹੜਾ ਫਿੱਕਾ ਬੋਲੇਗਾ ਦਾ ਮਤਲਬ ਸਤਿਗੁਰੂ ਨੇ ਵਰਜਿਆ। ਕਿਹੜੀ ਨਿਰਮਲਤਾ ਹੈ। ਮੈਂ ਕੱਲਾ ਇਸ਼ਨਾਨ ਪਾਣ ਦੀ ਗੱਲ ਨਹੀਂ ਕਰਾਂਗੇ, ਆਪਾਂ ਉਹ ਵੀ ਇੱਕ ਪੱਖ ਹੈ ਸਿੱਖੀ ਦਾ। ਇਹਨੂੰ ਵੀ ਖੰਡਨ ਨਾ ਕਰੀਏ ਵੀ ਨਹਾਉਣਾ ਨਹੀਂ ਚਾਹੀਦਾ। ਜੇ ਕੋਈ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਗੁਰੂ ਗੁਰੂ ਜਪਦਾ, ਆਪਾਂ ਨੂੰ ਕੀ ਮੁਸ਼ਕਲ ਹੈ। ਅਸੀਂ ਇਸ ਪਾਸੇ ਆਈਏ ਜਿਹੜੀ ਅਸਲੀ ਮਹਿਲ ਹੈ। ਮਹਾਰਾਜ ਕਹਿੰਦੇ ਨੇ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਏ, ਉਸ ਬੰਦੇ ਦਾ ਨਾਮ ਹੀ ਫਿੱਕਾ ਪੈ ਜਾਂਦਾ। ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਦੀ ਸੰਪੰਨਤਾ ਇਹਨਾਂ ਨਾਲ ਹੈ। ਕਹਿੰਦੇ ਨੇ ਜੇ ਤੂੰ ਰੱਬ ਨੂੰ ਇਸ਼ਕ ਕਰਨਾ, ਤੂੰ ਚਾਹਨਾ ਮੈਨੂੰ ਰੱਬ ਮਿਲੇ, ਤੇ ਇੱਕ ਕੰਮ ਕਰ ਕਿ ਆਪਣੀ ਜ਼ਬਾਨ ਨਾਲ ਕਿਸੇ ਦਾ ਅੰਦਰ ਤੋੜ ਨਾ, ਕਿਉਂਕਿ ਜਿਹੜਾ ਦਿਲ ਇੰਨਾ ਕੋਮਲ ਹੈ, ਜ਼ਬਾਨ ਨਾਲ ਬੋਲਿਆ ਦਿਲ ਟੁੱਟ ਜਾਂਦਾ ਹੈ, ਤੇ ਜਿਹੜਾ ਦਿਲ ਵਿੱਚ ਬੈਠਾ ਮਹਿਬੂਬ ਉਹ ਕਿੰਨਾ ਕੁ ਕੋਮਲ ਹੋਵੇਗਾ। ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ, ਜੇ ਤਉ ਪਿਰਿਆ ਦੀ ਸਿੱਖ ਤਾਂ ਹਿਆਉ ਨਾ ਠਾਹੇ ਕਹੀਦਾ।
जे तू प्यारे नू मिलन दी इच्छा रखना, सिख रखना, याद रखियो मैं सिर्फ निर्मल शब्द बारे बोलना चाहना। जे तू प्यारे नू मिलना चाहना ते फिक्का बोल के किसी दा अंदर ना टा, सबना मन मानक ठान मूल मचांगवा। नाल क्या एक फिक्का ना गा लाए, सबना मैं सच्चा तो नहीं। क्यों जबान तो फिक्का बोल रहे, सारे विच साईं बैठा है, सबना मैं सच्चा तो नहीं। खयाओ ना कही ठाए, मानक सब अमोल में। जिन्होंने तू फिक्का बोल के, भैड़ा बोल के अंदर ढाना पे, केड़े रब नू खुश करन तुरिया, रब दा घर तां तू खुद ढा के आ गया है। फिक्का बोलन नाल बॉडी ते असर होवेगा, फिक्का बोलन नाल मन ते असर होवेगा। मैं सिर्फ एक बेनती कर लगा, केड़ी मैल तो रहत होया सिख ते निर्मल है। पहला जबान दा दोष फिक्का बोलना। उस तो अगली मैं बेनती करांगा, उस दिन असी विचारिया सी निंदिया करनी। उस दिन कोई सिंघा ने भी कहा, बड़ा सोहना सवाल किया उन्हां भी तुसी बाणी चो पर तन ते पर निंदा दा दोष बराबर मन्ने, पर सच नू सच कहना कि ये निंदिया है, किसे दे औगन नू कहना। बहुत चंगा सवाल सी। एक मैं बेनती करांगा, निंदिया ते उस्तत एक ही सिक्के दे दो पासे ने। एक पासा निंदिया ते दूजा पासा उस्तत। जिथे झूठी उस्तत होवेगी ओदी भी मैल ते पाप ओना ही है जिन्ना निंदिया दा है। निंदिया है कि निंदिया जदों जन्म लैंदी है खौमे तो लैंदी, उंज तां बाकी भी सारे वासना ने, पर खौमे चो। पर मैं फिर भी बेनती करांगा, जे किसे ने इन्हां संबंधी गुरमत दी किसे लेखनी चो पढ़ना होवे, सारी खेड की है। डॉक्टर चरण सिंह उन्हां दी एक किताब सी जंग मड़ोली, भाई वीर सिंह दे पिता जी दी। 100 साल बाद वो पुस्तक छपी है। वो नावल, नावल दा मतलब आ पात्र बाहर दे नहीं। मन्ना सिंह मन की गल करके उन्हें सिद्ध किया भी खिंडिया मन की करदा है ते खिंडे होए नूं टकाया किवें जा सकदा है। बड़े ध्यान नाल पढ़न वाली वो पुस्तक है। बेनती मैं करांगा कि निंदिया जिहड़ी है ये खौमे विचों निकलिया होया नसूर है, जख्म है। जदों किसे दी खौमे नूं सट वजदी है, मेरे बराबर वो कोई भी फील्ड होवे, ਉਹਦੇ ਵਿੱਚੋਂ ਫਿਰ ਈਰਖਾ ਪਨਪਦੀ ਜਿਹੜਾ ਅਸੀਂ ਅੱਗੇ ਵਿਚਾਰਨਾ। ਤੇ ਜਦੋਂ ਈਰਖਾ ਜਨਮ ਲੈਂਦੀ, ਜੈਲਸ ਜਨਮ ਲੈਂਦੀ ਹੈ, ਕੁਝ ਦਿਨ ਬੰਦਾ ਰੋਕੀ ਰੱਖਦਾ ਜੈਲਸ ਨੂੰ, ਪਰ ਜਦੋਂ ਇਹਦੇ ਤੋਂ ਨਹੀਂ ਰੋਕਿਆ ਜਾਂਦਾ ਫਿਰ ਉਦੋਂ ਇਸ ਤਰ੍ਹਾਂ ਫਟਦਾ ਕਿ ਨਿੰਦਿਆ ਦਾ ਫੋੜਾ। ਫਿਰ ਉਹ ਬੰਦਾ ਜਦੋਂ ਨਹੀਂ ਸਹਿ ਸਕਦਾ ਉਦੋਂ ਫਿਰ ਕਿਸੇ ਦੇ ਗੁਣਾਂ ਨੂੰ ਔਗਣਾਂ ਦੇ ਰੂਪ ਵਿੱਚ ਪੰਡਦਾ ਹੈ। ਫਿਰ ਬੇਨਤੀ ਸੁਣਿਓ, ਨਿੰਦਿਆ ਹੈ ਕਿ ਕਿਸੇ ਦੇ ਚੰਗੇ ਗੁਣਾਂ ਨੂੰ, ਕਿਸੇ ਦੀ ਸ਼ੋਭਾ ਨੂੰ, ਕਿਸੇ ਦੀ ਬਣੀ ਕੋਈ ਵਡਿਆਈ ਨੂੰ ਮਿੱਟੀ ਵਿੱਚ ਰੋਲਣਾ ਤੇ ਇਹੋ ਜੀਆਂ ਤੋਮਤਾਂ ਤੇ ਦੋਸ਼ ਲਾਣੇ ਜਿਹੜੇ ਉਹਦੇ ਜ਼ਿੰਦਗੀ ਵਿੱਚ ਕਦੀ ਚੇਤੇ ਵੀ ਨਾ ਹੋਣ। ਜਿਹੜਾ ਬੰਦਾ ਇਸ ਕਰਮ ਕਰਦਾ ਇਸ ਤਰ੍ਹਾਂ ਕਰੇਗਾ, ਚੇਤੇ ਰੱਖਿਓ ਉਸ ਨਿੰਦਕ ਬੰਦੇ ਦਾ ਅੰਦਰ ਵੀ ਕਦੀ ਟਿਕ ਨਹੀਂ ਸਕਦਾ। ਫਿਰ ਬੇਨਤੀ ਕਰਾਂ ਇਹਨੂੰ ਬੜਾ ਸਰਲ ਕਿ ਖਿੜੇ ਹੋਏ ਫੁੱਲ ਨੂੰ ਜੈਲਸ ਅਧੀਨ ਕਹਿ ਦੇਣਾ ਕਿ ਕਠੋਰ ਕੰਡਾ ਹੈ, ਤੇ ਜਿਸ ਵਿਚਾਰੇ ਨੇ ਫੁੱਲ ਨਹੀਂ ਦੇਖਿਆ ਉਹ ਕੰਡਾ ਜਾਣ ਕੇ ਭਰੋਸਾ ਕਰ ਲੈ, ਨੇੜੇ ਨਾ ਜਾਇਓ। ਮੈਂ ਬੇਨਤੀ ਕਰਾਂ ਸਾਡੇ ਸਿੱਖ ਜਗਤ ਕਈ ਵਾਰੀ ਸਾਨੂੰ ਜ਼ਿੰਦਗੀ 'ਚ ਐਸੇ ਸੱਜਣ ਮਿਲਦੇ ਨੇ, ਸੁਣਨ ਨੂੰ ਮਿਲਦਾ ਹੈ ਕਿ ਅਸੀਂ ਫਲਾਣੇ ਬੰਦੇ ਬਾਰੇ ਇੰਨਾ ਮਾੜਾ ਸੁਣਿਆ, ਇੰਨਾ ਸੁਣਿਆ, ਤੇ ਅਸੀਂ ਵਿਚਾਰ ਬਣਾ ਬੈਠੇ ਇੰਨਾ ਭੈੜਾ ਬੰਦਾ ਹੈ, ਪਰ ਜਦੋਂ ਦੀ ਥੋੜੀ ਜੀ ਸੰਗਤ ਕੀਤੀ ਸਾਨੂੰ ਪਤਾ ਲੱਗਾ ਅੱਜ ਤੱਕ ਅਸੀਂ ਗੁੰਮਰਾਹ ਹੀ ਹੁੰਦੇ ਰਹੇ। ਮੈਂ ਕਈ ਵਾਰੀ ਕਹਿਣਾ ਹੁੰਨਾ, ਹਨੇਰੇ 'ਚ ਤੀਰ ਨਾ ਮਾਰੀਏ, ਤੇ ਅਸੀਂ ਬਹੁ ਗਿਣਤੀ 'ਚ ਹਨੇਰੇ 'ਚ ਤੀਰ ਮਾਰ ਰਹੇ ਹਾਂ। ਜਿਸ ਬੰਦੇ ਬਾਰੇ ਅਸੀਂ ਜਾਣਦੇ ਨਹੀਂ, ਈਰਖਾ ਅਧੀਨ ਬੋਲੇ ਕੋਈ ਸ਼ਬਦ ਨਿੰਦਿਆ ਦੇ ਅਸੀਂ ਅੰਦਰ ਕੁੱਟ ਕੇ ਗੰਢ ਬੰਨ ਲੈਨੇ ਆ। ਫਿਰ ਰੱਬ ਬਚਾਏ ਸਾਨੂੰ। ਸੱਚ ਇਹ ਵੇ ਕਿ ਜਿੰਨਾ ਬੰਦਾ ਔਗਣਾ ਦਾ ਮੈਸੇਜ ਕਨਵੇ ਕਰਦਾ ਹੈ, ਜੇ ਕਿਤੇ ਨਾ ਧਰਮ ਦਾ ਮੈਸੇਜ ਕਨਵੇ ਕਰੇ ਤੇ ਦੁਨੀਆ 'ਚ ਟਿਕਾ ਬਣ ਜਾਏ। ਔਗਣ ਬੜੀ ਛੇਤੀ ਅੱਗੇ ਤੋਰਦਾ। ਮੈਂ ਬੇਨਤੀ ਕਰਾਂਗਾ, ਫੁੱਲ ਨੂੰ ਕੰਡਾ ਕਹਿਣਾ ਇਹ ਫੁੱਲ ਦੀ ਨਿੰਦਿਆ ਹੈ, ਤੇ ਕੰਡੇ ਨੂੰ ਫੁੱਲ ਕਹਿ ਕੇ ਲੋਕਾਂ 'ਚ ਪ੍ਰਚਾਰਨਾ ਇਹ ਕੰਡੇ ਦੀ ਉਸਤਤ ਹੈ। ਦਿਨ ਦੇ ਚਾਨਣ ਨੂੰ ਹਨੇਰਾ ਕਹਿ ਕੇ ਪ੍ਰਚਾਰਨਾ ਇਹ ਚਾਨਣ ਦੀ ਨਿੰਦਿਆ ਹੈ। ਪਰ ਮੱਸਿਆ ਦੀ ਰਾਤ ਨੂੰ ਪੂਰਨਮਾਸ਼ੀ ਦੀ ਰਾਤ ਕਹਿ ਕੇ ਪੁਕਾਰਨਾ, ਪ੍ਰਚਾਰਨਾ ਇਹ ਉਸਤਤ ਹੈ। ਸੱਚ ਇਹ ਵੇ ਕਮਾਈ ਵਾਲੇ ਦੇ ਜੀਵਨ ਨੂੰ ਖੋਟਾ ਕਹਿ ਕੇ ਲੋਕਾਂ ਵਿੱਚ ਦੁਸ਼ਪ੍ਰਚਾਰ ਕਰਨਾ ਇਹ ਨਿੰਦਿਆ ਹੈ।
ਤੇ ਰੱਜ ਕੇ ਨਿੰਦਿਆ ਕਰਨ ਵਾਲੇ ਨੂੰ ਬਹਾਦਰ ਤੇ ਨਿਧੜਕ ਕਹਿ ਕੇ ਪ੍ਰਚਾਰਨਾ ਛੋਟੀ ਉਸਤਤ ਹੈ। ਮਹਾਰਾਜ ਕਹਿੰਦੇ ਦੋਨੋਂ ਪ੍ਰਵਾਨ ਨੇ। ਮੈਂ ਜਿਹੜੀ ਬੇਨਤੀ ਕਰ ਰਿਹਾ, ਜੀਵ ਦਾ ਦੂਜਾ ਦੋਸ਼ ਇਹ ਵੇ ਕਿ ਨਿੰਦਿਆ ਜਦੋਂ ਬੰਦਾ ਇਹ ਕਰਦਾ ਹੈ, ਪਰ ਸਿੱਖ ਜਿਹੜਾ ਨਿਰਮਲ ਹਿਰਦਾ ਹੈ ਪਿਆਰਿਓ ਕਿਤੇ ਵੀ ਜਾਏਗਾ, ਕਰਨੀ ਤਾਂ ਦੂਰ ਦੀ ਗੱਲ, ਮੈਂ ਬੇਨਤੀ ਕਰਾਂ ਕੌਣ ਨੇ ਨਿਰਮਲ, ਉਹ ਦੂਜੇ ਦੀ ਨਿੰਦਿਆ ਸੁਣ ਕੇ ਵੀ ਦੂਰ ਹੋ ਜਾਂਦਾ ਹੈ। ਤਾਂ ਹੀ ਭਾਈ ਸਾਹਿਬ ਨੇ ਕਿਹਾ, ਖਾਂ ਤਿਸ ਘੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਭਾਈ ਨਿੰਦਾ ਸੁਣ ਕੇ ਆਪ ਹਟਾਵੇ, ਆਪਣੇ ਆਪ ਨੂੰ ਦੂਰ ਕਰ ਲਿਆ। ਅੰਮ੍ਰਿਤਸਰ ਇੱਕ ਗੁਰਮੁਖ ਪਿਆਰੇ ਅਨਮਤ ਦੇ ਸਾਧੂ, ਮੈਂ ਗੁਰਮੁਖ ਪਿਆਰੇ ਸ਼ਬਦ ਤਾਂ ਵਰਤੇ, ਗੁਰੂ ਰਾਮਦਾਸ ਜੀ ਦੇ ਦਰਬਾਰ ਚੋਂ ਛੂਹ ਮਿਲੀ, ਕੀਰਤਨ ਸੁਣਦੇ ਸਨ, ਪਰ ਅੱਠੇ ਪੈਰ ਦਰਬਾਰ ਸਾਹਿਬ ਰਹਿਣਾ, ਬਾਹਰ ਸਰੀਰਕ ਕਿਰਿਆ ਸੋਧਣ ਜਾਣਾ, ਕੀਰਤਨ ਸੁਣ ਤੋਂ ਬਾਅਦ ਕਿਤੇ ਬਾਜ਼ਾਰ ਜਾਣਾ ਪੈ ਜਾਣਾ, ਤੇ ਉਹਨਾਂ ਦੇ ਦੋ ਬੁੰਦੇ ਉਹਨਾਂ ਦੇ ਜਿਹੜੇ ਪੁਰਾਣੇ ਸਮੇਂ ਬੀਬੀਆਂ ਹੁੰਦੀਆਂ ਸਨ, ਉਹ ਆਪਣੇ ਕੰਨ ਚ ਪਾ ਲੈਣੇ, ਸ਼ਾਇਦ ਮੈਂ ਇੱਥੇ ਅਰਜ਼ ਕੀਤੀ ਹੋਵੇ। ਤੇ ਜਦੋਂ ਜਾਣਾ ਕੰਨ ਬੰਦ, ਤੇ ਇੱਕ ਦਿਨ ਕਿਸੇ ਪੁੱਛ ਲਿਆ, ਇੰਨਾ ਕੀਰਤਨ ਸੁਣਦੇ ਹੋ, ਇਹ ਕੰਨ ਕਿਉਂ ਬੰਦ ਕਰਕੇ ਬਾਜ਼ਾਰ ਤੁਰਦੇ ਹੋ? ਕਹਿਣ ਲੱਗੇ ਇਹ ਕਟੋਰੇ ਨੇ, ਇਹਨਾਂ ਦੇ ਅੰਦਰ ਦੇ ਭਾਂਡੇ ਵਿੱਚ ਗੁਰੂ ਰਾਮਦਾਸ ਦੇ ਘਰ ਵਿੱਚੋਂ ਨਾਮ ਅੰਮ੍ਰਿਤ ਕੀਰਤਨ ਅੰਦਰ ਗਿਆ ਹੈ। ਮੈਂ ਚਾਹਨਾ ਇਹਨਾਂ ਕਟੋਰਿਆਂ ਵਿੱਚੋਂ ਉਸ ਅੰਮ੍ਰਿਤ ਉੱਤੇ ਕੋਈ ਜ਼ਹਿਰ ਦੀਆਂ ਬੂੰਦਾਂ ਨਾ ਸੱਟ ਦੇਵੇ। ਮੈਂ ਬੇਨਤੀ ਕਰਾਂਗਾ ਕਿ ਸਿੱਖ ਕਿਤੇ ਵੀ ਜਾਏ, ਸਭ ਤੋਂ ਪਹਿਲੀ ਗੱਲ ਉਹ ਔਗਣ ਨਾ ਦੇਖੇ। ਜੇ ਨਿਰਮਲ ਸਿੱਖ ਦੀ ਗੱਲ ਕਰਨੀ ਹੈ, ਉਹ ਗੁਣਾਂ ਦੀ ਸਾਂਝ ਪਾਏ। ਪਿਆਰਿਓ ਕਿਹੜੀ ਥਾਂ ਜਿੱਥੇ ਪ੍ਰਮਾਤਮਾ ਨੇ ਗੁਣ ਨਹੀਂ ਪੈਦਾ ਕੀਤੇ, ਜਿਹਨੂੰ ਆਪਾਂ ਮੈਂ ਕਹਿੰਦਾ ਚਿੱਕੜ ਸਭ ਤੋਂ ਮਾੜਾ ਅਸੀਂ ਕਹਿੰਦੇ। ਕੱਪੜੇ ਨੂੰ ਲੱਗ ਜਾਏ ਕੱਪੜਾ ਮੈਲਾ, ਤਨ ਤੇ ਲੱਗ ਜਾਏ ਤਨ ਮੈਲਾ, ਮੇਰਾ ਰੱਬ ਕਹਿੰਦਾ ਨਹੀਂ, ਚਿੱਕੜ ਵਿੱਚ ਵੀ ਗੁਣ ਨੇ। ਸਭ ਤੋਂ ਵੱਧ ਕਮਲ ਦੇ ਫੁੱਲ ਨੂੰ ਧਾਰਮਿਕ ਸਾਹਿਤ ਵਿੱਚ ਥਾਂ ਦਿੱਤੀ ਗਈ। ਉਸ ਕਮਲ ਦਾ ਫੁੱਲ ਤਾਂ ਉਸ ਚਿੱਕੜ ਵਿੱਚ ਹੋਇਆ ਜਿਹਨੂੰ ਆਪਾਂ ਗੰਦਾ ਕਹਿੰਦੇ, ਉਹਦੇ ਵਿੱਚ ਵੀ ਰੱਬ ਨੇ ਕਿਤੇ ਗੁਣ ਰੱਖਿਆ, ਤਾਂ ਹੀ ਤਾਂ ਕਮਲ ਦਾ ਫੁੱਲ ਗੰਦ ਚੋਂ ਪ੍ਰਗਟ ਹੋਇਆ। ਬਖਸ਼ ਦਿਆ ਜੇ ਅਸੀਂ ਜਿੰਨੇ ਬੈਠੇ ਹਾਂ, ਸਾਡੇ ਤਨ ਦੀ ਬਣਤਰ ਕਿਵੇਂ ਬਣੀ, ਕਿ ਉਸ ਮਲੀਨਤਾ ਨੂੰ ਅਸੀਂ ਆਪਣੀ ਬੋਡੀ ਤੇ ਲੱਗਿਆ ਸਵੀਕਾਰ ਕਰਾਂਗੇ? ਪਰ ਚੇਤੇ ਰੱਖਿਓ, ਬੋਡੀ ਉਸ ਮਲੀਨਤਾ ਵਿੱਚ ਉਪਜੀ ਹੈ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਹਾਂ, ਇੱਕ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਗੁਰਮਖੋ ਸੱਚ ਇਹ ਜੇ ਯਤਨ ਕਰੋ ਕਿ ਨਿੰਦਿਆ ਤੋਂ ਬਚੋ। ਭਾਈ ਸਾਹਿਬ ਦੀ ਰਚਨਾ ਚੋਂ ਇੱਕ ਸ਼ਬਦ ਮੈਂ ਕਹਿ ਦੇਣਾ, ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ, ਕਹਿੰਦੇ ਨੇ ਹਰ ਚੀਜ਼ ਉਹਦੇ ਦੋ ਪੱਖ ਸਾਨੂੰ ਮਿਲਣਗੇ, ਤੇ ਹਰ ਚੀਜ਼ ਨੂੰ ਬੰਦੇ ਦੋ ਨਜ਼ਰੀਆਂ ਨਾਲ ਤੱਕਦੇ ਨੇ, ਦੋ ਤਰੀਕਿਆਂ ਨਾਲ। ਇੱਕ ਬੰਦਾ ਪੋਜ਼ਿਟਿਵ ਅਪਰੋਚ ਲੈ ਕੇ ਦੇਖਦਾ ਹੈ, ਦੂਜਾ ਨੈਗੇਟਿਵ ਲੈ ਕੇ ਦੇਖਦਾ ਹੈ। ਭਾਈ ਸਾਹਿਬ ਨੇ ਤਿੰਨ ਬਚਨ ਕਹੇ ਨੇ, ਕਹਿੰਦੇ ਨੇ ਸੌਣ ਦਾ ਬੱਦਲ ਚੜ੍ਹਦਾ, ਘਟਾਵਾਂ ਆਉਂਦੀਆਂ ਨੇ, ਮੋਰ ਪਹਿਲਾਂ ਪਾਉਂਦਾ ਤੇ ਗਾਉਂਦਾ, ਮੋਰ ਨੱਚਦਾ। ਪਰ ਜਿਹੜਾ ਬੰਦਾ ਗੁਣਾਂ ਦਾ ਗ੍ਰਾਹਕ ਹੈ, ਪੋਜ਼ਿਟਿਵ ਸੋਚ ਵਾਲਾ ਹੈ, ਉਹ ਕਹਿੰਦਾ ਵਾਹ ਪਰਮਾਤਮਾ, ਇਹਨੇ ਕਿਹੜਾ ਕਿਸੇ ਅਕੈਡਮਿਕ ਚੋਂ ਨ੍ਰਿਤ ਸਿੱਖਿਆ, ਤੂੰ ਸਿਰਫ ਬੱਦਲਾਂ ਦੀ ਇੱਕ ਕਸ਼ਿਸ਼ ਪੈਦਾ ਇਹਦੇ ਲਈ ਕੀਤੀ, ਬੱਦਲ ਕਾਲੀਆ ਘਟਾਵਾਂ ਚੜੇ, ਮੋਰ ਨੂੰ ਨੱਚਣ ਦੀ ਜਾਚ ਆ ਗਈ। ਇਹਨੇ ਗਾਇਆ, ਇਹਦੀਆਂ ਅੱਖਾਂ ਕਿੰਨੀਆਂ ਚੰਗੀਆਂ। ਜਿਸ ਨੇ ਗੁਣ ਲੈਣਾ ਉਹ ਮੋਰ ਦਾ ਨ੍ਰਿਤ, ਮੋਰ ਦੇ ਬੋਲ ਤੇ ਮੋਰ ਦੀ ਸ਼ਕਲ, ਉਹਦੇ ਖੰਭ ਦੇਖਦਾ। ਤੇ ਪਿਆਰਿਓ ਜਿੰਨੇ ਉਹਨੂੰ ਭੰਡਣਾ ਹੈ, ਉਹ ਥਾਂ ਥਾਂ ਤੇ ਕਹਿੰਦਾ ਮੋਰ ਦੀ ਉਪਮਾ ਕਰਨ ਵਾਲਿਓ, ਇਹਦੇ ਪੈਰਾਂ ਵੱਲ ਝਾਤੀ ਮਾਰ ਕੇ ਦੇਖੋ, ਇਹਦੇ ਪੈਰ ਤਾਂ ਗੰਦਗੀ ਮਲੀਨਤਾ ਨਾਲ ਭਰੇ ਹੋਏ। ਮੈਂ ਬੇਨਤੀ ਕਰਾਂ, ਮੋਰ ਇੱਕੋ ਹੀ ਹੈ, ਇੱਕ ਨੂੰ ਸਿਰ ਦਿਸ ਰਿਹਾ, ਦੂਜੇ ਨੂੰ ਪੈਰ ਦਿਸ ਰਿਹਾ। ਜਿਹਨੂੰ ਸਿਰ ਦਿਸ ਰਿਹਾ ਉਹਨੂੰ ਖੰਭਾਂ ਦਾ ਰੰਗ ਦਿਸ ਰਿਹਾ, ਉਹਨੂੰ ਬੋਲ ਦਿਸ ਰਹੇ ਨੇ, ਤੇ ਦੂਜਾ ਬੰਦਾ ਜਿਹੜਾ ਹੈ ਉਹਨੂੰ ਪੈਰਾਂ ਦੀ ਮੈਲ ਦਿਸਦੀ ਹੈ। ਮੈਂ ਬੇਨਤੀ ਕਰਾਂ, ਇੱਕ ਜਾਨਵਰ ਦਾ ਇੱਕ ਵਿਰੋਧੀ ਹੈ ਤੇ ਇੱਕ ਉਹਦੇ ਹੱਕ 'ਚ ਭੁਗਤ ਰਿਹਾ ਹੈ। ਭਾਈ ਸਾਹਿਬ ਕਹਿੰਦੇ ਨੇ ਤੂੰ ਉਹਦੇ ਖੰਭ ਦੇਖ, ਉਹਦੇ ਬੋਲ ਦੇਖ, ਉਹਦਾ ਨ੍ਰਿਤ ਦੇਖ, ਉਹਦੀਆਂ ਅੱਖਾਂ ਦੀ ਚਮਕ ਦੇਖ, ਤੇ ਰੱਬ ਦਾ ਸ਼ੁਕਰ ਕਰ, ਉਹਨੇ ਇਹੋ ਜਿਹੇ ਚਿੱਤਰਕਾਰ ਨੇ ਰੰਗ ਭਰਿਆ ਕਿ ਨਾ ਉਹਨੂੰ ਧੁੱਪ ਫੇਟ ਕਰ ਸਕੀ ਤੇ ਨਾ ਪਾਣੀ ਉਹਨੂੰ ਉਤਾਰ ਸਕਿਆ। ਮੈਂ ਬੇਨਤੀ ਕਰਾਂਗਾ ਨਿਰਮਲ ਸਿੱਖ ਜਿਹਨੇ ਬਣਨਾ ਹੈ। ਦੂਸਰੀ ਬੇਨਤੀ, ਤੁਸੀਂ ਦੇਖਦੇ ਹੋ ਕਿ ਆ ਚੰਦਨ ਦਾ ਰੁੱਖ ਹੈ, ਉਹਨੂੰ ਬੜੀ ਮਹਾਨਤਾ ਦਿੱਤੀ ਗਈ ਚੰਦਨ ਦੀ ਲੱਕੜ ਨੂੰ, ਪਰ ਚੰਦਨ ਸ਼ੀਤਲ ਹੈ,
ठंड दिंदा है। पर जिस बंदे ने चंदन चो गुण लेना है ਉਹਦੀ शीतलता की गल करेगा, ते जिस बंदे ने औगन लेना वो कहेगा छड्डो ये रहिंदा किन्ना कोले, ਇਹਦੇ ਤਾਂ चार चफेरे ਜ਼ਹਿਰੀਲੇ सप चंबड़े कोई, एक नूं दो नज़रिया नाल देखिया। तीसरी बेनती करांगा कि कमल दा फुल सोहना है पर औगण देखण वाला चिक्कड़ देखदा है। प्यारिओ गुण देखण वाला चिक्कड़ विचों निकली कोई सुगंधी देखदा है। दास ने एक बार बेनती कीती सी कि भवरा जदों फुल ते बैठदा है, खास करके उत्थे आपां देखने हैं, वो पहला सुगंधी लैंदा है, फिर ਉਹਦੇ ਉੱਤੇ गूंज पांदा है, गुंजार पांदा है ना। ते असी सोचने हैं बाबा जी ने, गुरु नानक साहब जी ने देखिया ते उन्होंने भवरे ते सवाल किया, भावां ख्याल ही सतगुरु ने दिते, कहते तू इन्नी दूर तो आया, सुगंधी लई, रस माणिया, तू जा अपने टिकाणे ते वापस रौला क्यों पाने। कहते उस भवरे का उत्तर सी, मैं रस लै चलिया, सुगंधी मान चलिया, ते मैं उच्ची उच्ची तां रौला पाना पिया, ਇਹਦੀਆਂ ਜੜਾਂ ਵਿੱਚ ਡੱਡੂ ਬੈਠਾ ਹੈ, ਉਹ ਚਿੱਕੜ ਤੇ ਜਾਲਾ ਖਾਂਦਾ ਹੈ। ਮੈਂ ਕਹਿਣ ਲੱਗਾ ਉਹ ਨੇੜੇ ਰਹਿਣ ਵਾਲਿਆ, ਤੈਨੂੰ ਚਿੱਕੜ ਦਿਸਦਾ ਪਿਆ, ਮੈਂ ਦੂਰੋਂ ਆ ਕੇ ਵੀ ਦੀ ਖੇੜੇ ਦਾ ਆਨੰਦ ਮਾਣ ਗਿਆ। ਸਤਿਗੁਰੂ ਨੇ ਕਿਹਾ ਐਬ ਤਨ ਚੀਕੜੋ ਇਹ ਮਨ ਮੀਨ ਕੋ ਕਮਲ ਕੀ ਸਾਰ ਨੇ ਮੂਲ ਪਾਏ। ਪਿਆਰਿਓ ਐਬਾਂ ਦਾ ਚਿੱਕੜ ਅਸੀਂ ਇਕੱਠਾ ਕਰ ਰਹੇ ਹਾਂ, ਪਰ ਖੇੜੇ ਦੀ ਤਾਂ ਗੱਲ ਹੀ ਕੋਈ ਨਾ ਕੀਤੀ। कमल का फुल एक देखता है, दूजा वह चिक्कड़ देखता है। मैं इस तो अगली बेनती करा, अंब का फल असी खाने चीर के या चूस के, पर आप कहांगे वाहिगुरु ओनू अमृत फल कहा गया, अमृत वर्गी मिठास। एक फल खा के कहता परमात्मा तेरा शुक्र, तू अग विच भी रस पैदा किया, लकड़ विच अग भरी है, पर उसे लकड़ दे रुख नाल टाणी नाल अंब का फल लगा है, अग विच ओने रस ते मिठास भरिया है। वो कहंदा इन्ना मिठा, ते मेरे वर्गा औगण देखण वाला कहंदा सिफतां करी जांदे हो, इहदी गिटक नूं तोड़ के विचों गुठली कढ के खा के देखो, जहर तो वध कौड़ी। मैं कहना जेड़ी चीज रब ने भी ढक के रखी, औगणा वाला ओनू भी पट के ओहदी कुड़तन प्रगट कर रहा है। रब ने तां गिटक नूं भी ढक के रखिया भी रहण दिओ कौड़ी, तेरा संबंध नहीं इहदे नाल, तेरे लिए मिठास पैदा कीती। मैनूं इंज लगदा सिख भी ना जो कुछ रब ने दिता, यह भी लोगों दियां गुठलियां फोल फोल के उन्हां दे औगण ही बाहर कढ रहा। भाई साहब ने बचन कहन लगे, जैसे नैन बैन पंख सरबुंदर सुंदर सरबग मोर, ताके पग और देख दोख ना विचारिए, संदल सुगंध अत कोमल कमल जैसे, कंटक बलोक ना अवगनु उरतारिए, जैसे अमृत फल मिष्ट गुनाद स्वाद, बीज करवाई कै बुराई ना संभारी है, तैसे गुर ज्ञान दान सब ते मांग लीजिए। बस आ किथे अवस्था बनेगी जी। मैं गुरु का ज्ञान लैन तो रहा, गुरु नानक साहब नूं सब ने सुनिया। मैं बेनती करांगा, नेकी साहब ने एक बार लिखिया, मेरा ख्याल उन्हां दी पिछे दा पुस्तक आई सी, ओहदे च उन्हां ने लिखिया सदा विगास च, वो कहंदे ने उन्हां नूं हिंदू ने सुनिया, उन्हां मुसलमान ने सुनिया, उन्होंने बोधी सुनिया, जैनी ने सुनिया, उन्होंने इत्थों तक नाथां सिद्धां जोगियां सब ने सुनिया, पर अज आपां नूं किन्ने को दूजे सुनते पे, क्योंकि संकीर्णता आ चुकी है। दूजियां दी गल छड्डो, अपने च झाती मार के देखियो, निंदा च नहीं जाना। हर एक बंदे दा आपो अपना प्रचारक, आपो अपना कीर्तनी है। हर बंदा जिहड़ा अपने अपने नूं सुनना चाहता है, गुरु नूं किहड़ा सुनना चाहता। भाई साहब ने कहा कम कर, तेनू जिथे भी गुरु का ज्ञान मिले तू चौके ज्ञान लैके आई। जे तेनू ज्ञान नहीं मिल रहा तो पहला अपने आप नूं सुधार। एवें ए ना करी कि उत्थे जाके किसे दे औगण देख के गुण लियान दी थां ते औगणा दियां पंडा बन के लै। बंदना सकल भूत तैसे गुर ज्ञान दान सब ते मांग लीजे। बंदना सकल भूत निंदा ना तकारीए पक्का प्रकरण चाहवा कि चार दोष ने साडी जबान दे। पहली मैं बेनती की फिक्का बोलना, दूजी मैं अर्ज कर रहा निंदिया करनी, तीसरा जबान दा दोष है चुगली करते। निंदिया ते चुगली छोड़ा फर्क है। चेते रखो, निंदक बंदक बंदा हमदर्द नहीं बनता, चुगलखोर बंदा हमदर्द बन जाता दोनों पासे।
थोड़ा जा फर्क जे निंदिया दा। चुगल बंदा हमेशा हमदर्द बनेगा। जे आप जी कोल आएगा तुहानू इंज लगेगा भी दिलों प्यार करदा है, तुहाडे कोलों सब कुछ सुन जाएगा। जिदे बारे आप जी बोल रहे हो ओदे कोल जाके रज के कहेगा फलाने बंदे ने क्या। वो दोने पासे हमदर्दी भी रखदा है ते चेते रखो मैसेज इहो जिहा पहुंचांदा है कि दोनों बंदे एक दूजे नू देखना भी पसंद नहीं करते। जिहड़ी जबान दी चुगली है, तीसरा दोष यह भी मैल है प्यारिओ। उस तो बाद जबान का चौथा दोष है झूठ बोलना। जिहड़ा बंदा झूठ बोलेगा उहदा अंदर किन्ना कु पवित्र हो जाएगा। मैं बेनती की कि निर्मल वास्ते जबान दे 4 दोषां तो मुक्त होना जरूरी। फिर शब्द दोहरा देना कि जबान तो फिक्का बोलना, जबान तो निंदिया करनी, जबान तो चुगली करनी, जबान तो झूठ बोलना। उस तो बाद ने साडे बॉडी दे कुछ एक्शन, चलो ये भी तो जबान दे बोलने, वो एक्शन जेड़े दूजे उत्ते असर करते, ਉਹਦੇ ਵਿੱਚੋਂ बॉडी ਦਾ सब तो पहला मैल ਦਾ कारण पराए तन वाल आकर्षित होना। बड़ा मुश्किल जे सतगुरु अगे अरदास करो कि सच्चे पातशाह तू किरपा कर अंदर नू सबर संतोख बख्श। एक बार अरदास अर्ज कीती सी, 3 चीज़ां ने, एक भुख, दूजी प्यास, तीजी नींद ते चौथी वासना। क्योंकि सबजैक्टां ते इन्हां विषयां ते बोलिया भी घट जांदा है। जे कोई बोलन दा यतन करे ते अपने बंदे सुनन भी तैयार नहीं हुंदे। उहदा कारण ये वे वो इहो जी गल किते गुरुद्वारे कर दित्ती, वो इस करके कीती जांदी अंदर दी हालत देखी अंदर दा बनिया की प्यार है। बहु गिनती च 3 चीज़ां भुख, प्यास, नींद ते वासना। भुख लगी होवे ते भुख दे फुरने नूं मिटाओ ते की शरीर संतुष्ट हो जाएगा। भुख लगी होवेगी ते कर्म करना पेगा, पेट दी खातर रोटी खानी पेगी। जे कहिए भी मैनू भुख लगी, मैं ख्याल थॉट अपने अंदरों भुला दिते, भुख नूं मैं चेते चो भुला दिता, साडे चेते चो भुलाण दे बावजूद भी बॉडी कमजोर होएगी। साडे भुलाण तो बाद भी बॉडी कहेगी मैनू खुराक दे। गल ध्यान नाल सुणिए, प्यास लगी होवे ते असी पानी दे फुरने भुला दईए, पानी दा चेता विसार दईए, हट करके चेता विसार दईए, पर बॉडी पानी मंगेगी। चेते विसारन नाल साडी बॉडी तृप्त नहीं होवेगी, पानी दा चेता भुलाण नाल। तीसरी नींद, नींद आई होवे ते असी कहिए मैं नींद दा चेता भुला देना है। नहीं प्यारिओ, फुरने भुलाण नाल ना भुख ने छड्डना है, ना प्यास ने छड्डना है, ना नींद ने छड्डना है। ये तिन्ने चीज़ां सानू बॉडी लई करनियां पैणगियां। पर वासना एक ऐसी है, तुसी सिमरन करके दा चेता भुलाओ ते क्षमा करियो तन दा खैड़ा चढ़ जाती है। ये जे सिमरन हो जाए, भाई वीर सिंह कहंदे हुंदे सन, वो कहंदे सन कि रात नूं बंदा चोरी कर रहा है, विविचार कर रहा है, ते एक किते चौकीदार किते गली विच सोटा मार के विसल मारे, सीटी मारे ते चोर बंदे दा चोर वाले फुरने मुक जांदे ने, खत कंबदे ने। कहंदा जदों तेरे मन च गंदे फुरने उठन तू गुरु दे शब्द दा होका दे, मन भी कंबना शुरू कर देवेगा। मेरी बेनती है जी कि सब तो ज्यादा बॉडी दा मलीनता दा कारण पर तन वल खच होना, स्पर्शता भी, फुरने दे तौर ते भी, ते नजरां दे तौर ते भी, ते कन्नां दे तौर ते भी, ते नासका दे तौर ते भी। क्योंकि काम दे 8 अंग ने। ये नहीं मैं बेनती करांगा, सिर्फ कन्ना राही भी पराए तन वल खच तुने। आ गंदन गीत की ने, गंदन वैन की ने। जदों गंदा गीत बंदा वासना वाला सुनदा है, चेते रखियो दे अंदर जेड़े थॉट ख्याल पैदा हुंदे ने, वो पराए तन वल आकर्षित करदे। गुरु ग्रंथ साहिब च गुरु नानक साहिब दी जोत ने रब तो यह मंगिया कि किरपा करी, एक तां साकत बंदियां दी दलील ना मैनू सुनाई ते दूजे गंदे गीत ना सुनाई, क्योंकि इहदे नाल मन मैला हो जाता है। निर्मलताई वास्ते बचना चाहिए। ताई सतगुरु ने कहा मेरे मोहन सरवणी ए ना सुनाए, साकत गीत नाद धुन गावत बोलत बोल अजाए। देखो कन्ना राही जो कुछ अंदर जाता है वो किथे निर्मलता ही रहन देगा। आ नासका राही स्मैल जदों जांदी
नाम की सुगंधी आ जाए। फिर मैं बेनती करांगा कि जिस नूं दातार ने शब्द विचों मजीठड़ी रंग दे दिता, वो मेल फीमेल नूं किसे मेकअप की लोड़ नहीं। जिन्हों शब्द की लाली मिल जाए प्यारिओ, उन्होंने होर की चाहिए। कवन बनी री तेरी लाली, कवन रंग तू भई गुलाली। ये जे मेकअप सिखी दा, ए मन सुंदर अपना हर नाम मजीठा रंग री। जिनके चोले रतड़े प्यारे कंत तिना कै पास। मैं बेनती करांगा, पर तन वाल आकर्षित साडा कन भी करदा है। साडियां अखां 83% साडी बॉडी नूं दूजे वाल आकर्षित करदियां। साडी जबान दे गंदे बोल, मनुख बंदे दे जबान दे गंदे बोल, वो पराई बॉडी वाल आकर्षित करदे ने। इस तो अगे बेनती करां, जो कुछ अखां नाल देखिया हुंदा है, जो कुछ कन्नां नाल सुनिया हुंदा है, जदों बंदा एकांत विच बैठदा है, इहदे मन दे फुरने भी पराए तन वाल आकर्षित करदे। किहड़ा सिख निर्मल है जी? निर्मल सिख। मेरे सतगुरु ने बाणी च किरपा कीती, सब तो वड्डी उन्हां बख्शिश कीती कि पर तेरिया रूप ना पेखै नेत्र। पर तेरिया मतलब वासनाधीन नहीं। अखी सूतक वेखना पर तेरिया परतन रूप। मेरे गुरु नानक साहब तां इन्ने निर्मल किरदा, आ पार ब्रह्म परमेश्वर। ते जो शिवनाव वर्गा राजा भी असी पढ़दे हां सारे कि गुरु नानक साहब दे नाम ते भेखी बहुत गए लंका। पर जिदन गुरु नानक साहब पहुंचे, भेखियां नूं ने टणका लिया ते टणकाया सिर वासना नाल। जदों नाच करन वालियां, नृत्य करन वालियां नृत्यकार औरतां गईयां, कई भेखी जड़े ने एक खिंच तिलक गए, डिग पे। जिस दिन मेरे बाबा जी गए, सारी रात नाच किया। पर प्यारिओ नेत्र खोल के अमृत वेले इक्को गल कही, गाछो पुत्री राजकुमार, नाम भणो सच दो तू चार। कमाल दी गल, इन्ना हिरदा सतगुरु दा, वो तां आप रब ने। उस निर्मल ताई ने इन्नी बख्शिश की, मेरियो धीओ, मेरियो बच्चियो। राजकुमार वैसे छोटे पुत्र नूं आपां कहने कुंवर, गाछो पुत्री राजकुमार, नाम भणो सच दो तू चार। बेटियो बच्चियो, कादे लई सारी रात नचियां? जदों बेटियां धीआं क्या, एक खिन च गंदे फुरने मुक गए उन्हां दे। क्योंकि बाबे दा बोल तां जिथे बोलिया जाए प्यारे, उत्थे अफुरता हुंदी। मेरा वैसे प्रकरण नहीं, एक पौड़ी दा पाठ ना कीर्तन हर सिख करदा गुरपुरब वाले दिन। फिर बाबा गया बगदाद नूं, बाहर जाए किया अस्थाना। एक बाबा आकार रूप, दूजा रबाबी मरदाना। ये दो गल्लां ते जोर दिता जांदा। एक बाबा, पर अगले तुसी स्पिरिचुअलिटी दी गल तां देखो ना। दस्तगीर भी रोज बांग दवांदा है, पर बांग देण दे बावजूद भी लोग फुरनियां च बहिंदे ने। पर जिदन बाबे ने बांग दिती, भाई गुरदास साहब कहते हैं, की पापी ते की पुन्नी सारे अफुर हो गए। निर्मल सी ना अंदर, निर्मल आवाज मैल नूं टाएगी। मैं अगे भी बेनती करनी है, कल नैगेटिव नहीं। किवें सिख निर्मल हो सकता है? शब्द की रोशनी च बेनती करांगा। बाबा जी बारे क्या, दित्ती बांग निवाज कर। उस बांग का जिक्र भाई मनी सिंह उन्होंने किया। गुरबर अकाल घर कर प्रणाम, चित चरनाम सत श्री अकाल। उन्होंने सिखां दी भगत माल विच ते खास करके जन्म साखी जेड़े बांग दे बोल ने ये लिखे। मैं बेनती करा कि सच्चे पातशाह उन्होंने शब्द वरत्या, गाछो पुत्री राजकुमार, ना बनो सजदोत उतार। बेटियों कादे लई नचिया? कह लगियां अज तक किसे दे तन विच वासना पैदा कर ली, डुलान लई। कह लगे जे इन्ना जाग के किते रब दी बंदगी कीती हुंदी ते किन्नियां पवित्र हो जांदियां। बस एक शब्द ने वासना मार के रख दी। मेरे सतगुरु ने क्या सिखा, जदों किते हो जा मौका बन जाता है, मैं बेनती करांगा, ये हंकार नाल नहीं, हंकार करके ते जोगा भी रस्ते च रोक गया सी। ये सिर्फ बेनतियां जे अरदासां दे पुजबल वीर ब्रह्म सुख सागर गर्त परत गए लियो अंगुरिया। मैं डुब चलिया मेरी बांह पकड़ ले। जे भगत कहते लोभ लहर अत नीचर बाजा, काया डूबै केशवा। संसार समुंदे तार गोबिंदे, तार लै बाप बीठला। ये शब्द कमान वास्ते। जे बाबा फरीद जैसा दरवेश ये कह रहा है कि मेरे मालक किरपा कर, मैनू तू बचा ले। सरवर पंखी हेकड़ो फाई वाल 50, ये तन लहरी गढ़ थिया सच्चे
तेरी आस। अरदास कर कि नाथ कछु ना जानू, मन माया कह हाथ बिकानो, तुम कहियत हो जगत गुर स्वामी, हम कहियत कालजू के कामी। ये अरदास बेनतियां सिख दे निर्मलता ही ने, एवें नहीं कि महाराज ने कविता रख दी, ख्याल आ गया तो फुरनिया के बारे कहता, नहीं, उन्हां च कोई फुरना ही नहीं मैला। उन्होंने पता है कलयुग की तत्ती हवा चलनी है, मेरा सिख तां ही बचेगा इस शब्द का सहारा लेगा। तो मैं एक होर उदाहरण दे देना दशमेश पिता दे जीवन दी। कैसा निर्मल सिख, जिते सतगुरु जंग युद्ध करते ने, मजलूम की रखिया करते ने, अपना आप सब कुर्बान करते ने, पर चेते रखियो मेरा गुरु कदी भी युद्ध विच सिख दे किरदार ते आचरण नूं डिगन नहीं देंदा। असी उदों ही मरे हाँ, मैं खिमा करियो जदों असी आचरण तो डिगने। वाहिगुरू जी सतगुरु किरपा करो, क्योंकि स्टेज ते बोल लेना बड़ा सौखा है, नहीं ये लिए सिर्फ बेनतियां। सिंह जित के आउंदे ने, कवि संतोख सिंह कहंदे ने हसदे आए, नगारे वजांदे आए, महाराज साडी जित होई। ते उस जित तो बाद जदों सिंह आउंदे ने ते एक डोला चुकी होए मजदूर भी तुरे आउंदे ने, ते सतगुरु देख के पुछदे ने ये की, ते अगों सिंह कहंदे ने महाराज ये उन्हां दा डोला भी एक ले आंदा है। कवि संतोख सिंह ने लिखे आखे बचन, महाराज ने क्या कादे ली, कहने लगे तुर्क हिंदू औरतां दी बेपती करदे ने, पर असीं पुछना चाहते हैं कि इस बदले दा बदला इस तरह बेपती रही नहीं लिया जा सकता, गुरबाणी सानू क्यों वरजदी है। कवि जी कहते सतगुरु दे नेत्रां च खून उतर आया ते कड़कवीं आवाज विच कहा कि गुरु नानक दा पंथ दल दल विच असीं सटना नहीं, ये भावें युद्ध करे भावें जंग करे, एदा किरदार इन्ना उच्चा बनाना है, ये जंग विच लड़दा होया दुश्मन दी बेटी दे सिर उत्ते प्यार दे के बेटी ही समझे। एक है सिख दी निर्मलता। कवि संतोख सिंह ने शब्द लिखे ने, पुन सिंगन बूझे गुण खानी, सिंघा ने पुछया गुणा दी खान गुरु गोबिंद सिंह जी, सकल तुर्क भुगवे खिदवानी, आप अर्थ समझ गए, सकल तुर्क भुगवे खिदवानी, सिख बदला ले भला जनावे, गुर शास्त्र क्यों वर्ज हटावे। बाणी सानू वर्ज दी। महाराज कहने लगे पुन सुन सतगुरु बोले तिस बेरे, हम ले जानो पंथ उचेरे। देखो किड्डा मान सानू दिता, निर्मल सिख, हम ले जानो पंथ उचेरे। कहने लगे अदो गति बिकै नहीं पंचामू, ताते कलमल करन हटामू। बांग्लादेश की जंग हुई, पढ़ो रक्षा रहित सतबीर सिंह दी। वो कहता है, मैं एक बार इत्थे कोट की सी गल, मैनूं याद है कई साल पहला। वो कहता जंग तो बाद एक मुसलमान नौजवान बीबी अपने पिता नाल कार चाही, सिख फौजी खलोता बंदूक लैके, दाड़ा उहदा वज्जा, कार चों निकल के फुल्लां दा हार उहदे गल च पा दिता। तुहाडे इत्थे अखबार निकलदी है न्यूयॉर्क टाइम्स, उहदा नामा निगार, उहदा पत्रकार उत्थे ने पुछया उस बीबी नूं, ए सिख तू मुसलमान, तू इस खुशी च दे गल च हार पाण आई है कि तुहानूं आज़ादी मिली है। वो कहन लगी आज़ादी दी खुशी च नहीं, सच एवे कि मैं इस खुशी च पाण आई हां कि साडे अपने मजहब दे लोकां ने शब्द वरते, साडी पत रोली सानू नगेज नगन कीता। सच एवे मैं अखां नाल देखिया, इन्हां ने दस्तारां पाड़ के भी नगेज जिहड़े ने आप टक्के। कहन लगी इहदे विचों मैनूं अपने भरा दी झलक मिलदी। गुरमुखो ये सी तुहाडी सिੱਖੀ दी निर्मलता है। अज भी है बाबा करम सिंह होती मरदान जैसा महापुरख फौजी दे रूप च सारी रात सैयद परिवार दे जदों आ गदर होए, सारी रात सैयद, मैं तां ट्यूक मात्र इतिहासक उदाहरण देना कि जो गुरु ने क्या सिखा ने कमाया अज भी कमांदे पे। सारी रात सैयद परिवार दे घर विच पहरा दिंदे ने। सिर्फ उस औरत ने क्या सी जदों दे घर च फौजी पए, ਧੀਆਂ ਭੈਣਾਂ ਨੂੰ ਧਨ ਦੌਲਤ ਨੂੰ, ਉਹਨੇ ਇੱਕੋ ਗੱਲ ਕਹੀ ਸੀ, ਬਾਬਾ ਜੀ ਦਾ ਸਰੂਪ ਦੇਖ ਕੇ, ਦਾੜਾ ਖੁੱਲਾ ਸੀ ਕਹਿੰਦੇ ਨੇ, ਬੰਦੂਕ ਮੋਢੇ ਤੇ, ਕਹਿਣ ਲੱਗੀ ਪੀਰ ਗੁਰੂ ਨਾਨਕ ਦੇ ਸਿੱਖ, ਤੈਨੂੰ ਨਾਨਕ ਪੀਰ ਦਾ ਵਾਸਤਾ ਸਾਡੀ ਇੱਜ਼ਤ ਬਚਾ ਦੇ। ਸਾਰੀ ਰਾਤ ਖਲੋਤੇ ਰਹੇ ਜੀ ਬਿਨਾਂ ਖਾਦੇ ਪੀਤੇ। ਜਦੋਂ ਕਿਸੇ ਆਉਣਾ ਹਮਲਾ ਕਰਨ, ਇੱਕੋ ਕਹਿਣਾ ਮੈਨੂੰ ਵੱਡੇ ਸਾਹਿਬ ਨੇ ਖੜੇ ਕੀਤਾ ਇੱਥੇ। ਵੱਡੇ ਸਾਹਿਬ ਨੇ ਜਦੋਂ ਠੰਡ ਢੰਡੋਲਾ ਹੋਇਆ,
घर दे मर्द वापस आए, सजदा दा परिवार सी, घर ले गए। बीबियां उस घर दियां ने बुरके चेहरे तो हटा के सिपाही करम सिंह दे कोल बैठियां, प्लेट भर के सोने दियां मोहरां ते मोती लियांदे। कहन लगे, परिवार बजुर्ग माई ने कहा, इस सिख ने साडी इज्जत बचाई। ते कहन लगे, ये कादे लई? कहंदी तुहाडा इनाम। कहन लगे, चेते रखियो तुसी गुरु नानक दा वास्ता पाया, मैं गुरु नानक दा नाम वेचन नहीं आया। मैं सिख हां, मैं वेचन नहीं आया। गुरु नानक दा वास्ता पाया, मेरा फर्ज सी रखिया करनी। तुसी नाम ही आवाज देंदे मैं तां भी, पर जदों मेरे गुरु दा वास्ता पा दिता, ये तां मेरे गुरु ने मैनूं असूल सिखाया है। घर गए जी, तो जिन्ना पढ़िया बाबा करम सिंह जी दा जीवन, माता ने माया भी बिरती सी। कहन लगी, की लैके आई? लैके आया वो किट फोली फौजियां वाली, विचों वर्दी निकली, बंदूक निकली। उदों बंदूक घर च लाए ने फौजी। कहंदी वर्ग दी गंगा च हत्थ नहीं धोते, की लैके आए? आराम नाल कहन लगे, मां मैं तन नहीं लियाया, तेरे पुत ने किसी दे तन वाल मैली नजर नाल नहीं देखिया, मैं कुछ नहीं लिया, पर की लिया है? कहन लगा, मैं गुरु नानक दी सिक्खी दी रहत नूं उच्चियां करके आया, मैं गुरु नानक दा वास्ता बचा के लिया। मैं बेनती करांगा, मैं बॉडी दा दोष पहला जिहड़ा वेखो, 4 असी जबान दे मन्ने, बॉडी दा पहला दोष असी देख रहे सां कि पर तन वाल आकर्षित होना है महलक है। जिहड़ा निर्मल सिख है सतगुरु नूं बचांदे पए ने। दूसरा बॉडी दा दोष चोरी करना। जिहड़ा बंदा चोरी करदा है प्यारिओ, की ओदा अंदर निर्मल है? महाराज जी ने ते बाणी च क्या, हक पराया नानका उस सुवर उस गाए, गुर पीर खामा तां भरे जा मुरदार ना खाए। चोर की खामा भरे ना कोई, चोर किया चंगा क्यों होए। बॉडी करके चोरी जिहड़ा करदा है किसे रूप च भी करे, भावें एक कख दी करे, भावें लख दी करे। हुण कई वारी कहंदे ना, नहीं जी इन्हें तां बस 11 रुपइयां दी कीती। चेते रखियो, मन दी मलीनता तां आ गई, भावें 11 सी ते भावें 11 लाख सी। चोरी बॉडी ते, पर तन वाला आकर्षित होना, चोरी। ते तीसरी मैं बेनती करांगा बॉडी दी, आकारण की अपने शरीर दे ताकत दे नशे च किसी उत्ते वार करी जाने, हिंसा करी जानी। प्यारिओ ਇਹਦੇ ਨਾਲ भी अंदर मैला हुंदा है। 4 हो गए, 4 जबान दे, 3 शरीर दे, उस तो बाद ने 3 साडे मन दे। भावां कि पहलियां नाल भी मन दा रिश्ता है, पर खास करके जिहड़े 3 ने दिसदे नहीं पर अंदर नूं मैलिया करदे ने। तन दा पहला दोष किसे दा बुरा चितवना। निर्मल सिख कदी किसे दा बुरा नहीं चितवदा। यही कारण कि आप अरदास जदों भी करदे हो, तुसी अरदास विच कल्ले सिखां दा भला नहीं मंगदे, कल्ले कनेडा दा, अमेरिका दा, जिथे असीं बैठे उस कम्यूनिटी अपनी दा नहीं। सिख जदों भी अरदास करदा है वो कहंदा है, दाता किरपा करी नाम करके चढ़दी कला होवे, पर तेरे भाने विच इस सारी मानवता दा भला होवे। बुरा नहीं चितवदा। वो कहंदा है, नानक नाम चढ़दी कला, तेरे भाने सरबत दा भला। महाराज कहंदे ने, वो सिख कहंदा जगत जलंदा रख लै, बुरा तां चितवना दूर दी गल, जगत जलंदा रख लै, अपनी किरपा तार, जित दुआरे उभरै तितै लिखो उभार। सतगुरु कहंदे ने, जे तू निर्मल सिख बनना फिर पर का बुरा न राखो चीत, तुमको दुख नहीं पाई मीत। चित दे तौर ते बुरा चितवना, ए 8वीं रुकावट है। उस तो बाद है कि मानसिक तौर ते ईरखा करी जानी। जदों बंदा मानसिक तौर ते ईरखा करदा है, ईरखा वाले बंदे दा अंदर भी मैला हुंदा है। तीसरा साडे मन दा दोष है कपट करना। कपटी बंदा ओदा अंदर निर्मल किवें? गुरु रामदास जी ने तां अमृत बाणी च शब्द कहे, क्यों जिन्ने सिखो शब्द दा जाप करना वो कपट ना करियो। कपट करने वाले नूं भाग नहीं जे लगना। अंतर कपट चुकावो मेरे गुर सिखो, ने कपट कमावो हर की हर काल, निहाल निखाल निखाल। महाराज जी कहंदे ने, कपट
मैं बेनती की जिन्ना को बाणी चो लभ सकिया, खास करके ये 10 औगण ने जिहड़े मैल ने। पर भाई साहब कहंदे ने सिख जिहड़ा निर्माणता वल चलदा है वो निर्मल है। बेनती इस तो अगली, ये तो चलो आपां कह देंगे सब नूं पता है कुछ हुंदा है, इहदे तो छुटकारा किवें होवे, किवें असीं निर्मल हो सकने हैं। एक तो है जो हिंदुस्तान के धर्मां च कहा गया तीर्थ इशनान करो, आ कोई दान पुण्य करो, तुसीं निर्मल हो जाओगे। मेरे बाबा जी ने जदों जप उचारण किया पहली तोकी उन्हां कही, कहन लगे अंदर दी मैल नहीं हो जाती बाहर दे पिंडे धोण दे नाल। सोचै सोच ना होवे, जे सोची लखवार। अंतर मैल जे तीर्थ ना आवे तिस बैकुंठ न जाना, लोक पतीने कछु ना होवे नाही राम या ना। पूजो राम एक ही देवा, साचा नावन गुर की सेवा। जल के मज्जन जे गत होवे नित नित मेंढक नहावे, जैसे मेंढक तैसे ओय नर फिर फिर जोनी आवे। नावन को तीर्थ घने मन बौरा रे, पूजन को बहु देव। कहो कबीर छूटन नहीं मन बौरा रे, छूटन हर की सेव। कबीर गंगा तीर जो घर करे पीवे निर्मल नीर। गंगा दे किनारे बंगला बना ले, रोज पानी पी उस तीरथ दा, बिन हर भगत ना मुक्त होए इऊं कह रमै कबीर। पर जेड़ा चाहता है मैल निकल जाए, मैं शुद्ध हो जा निर्मल हो जा, गुरु ग्रंथ साहब की बाणी विचों जी हो सकता है पाठ करने वाले होर भी लभणगे। दास ने 4 तरीके गुरु ग्रंथ साहब चो मिले सानू। कहते जे तू निर्मल होना है, सब तो पहला तरीका है कि निर्मल हिरदे वाले दी संगत कर। जे निर्मल होना है निर्मल दी संगत कर। दूजा तरीका है जे तेनू कीर्तन आउंदा है कला स्टेज लई कीर्तन ना कर, जिन्ना शब्दां विच बेनती कीती गई। हुण इहदे अर्थ ये ना कहो जे भी मैं शब्द देन लग पिया लोकां नूं। मेरी बेनती जे शब्द पढ़ेगा सतगुरु दा, कंचन नारी में जियो लुप्त कै मोह मीठा माया, घर मंदिर घोड़े खुशी मन अन रस लाया। हर प्रभ चेतना भी क्यों छूटा, मेरे घर आया मेरे राम ए नीच कर्म हर मेरे। गुणवंता हर हर दयाल कर कृपा, बख्श अवगुण सब मेरे। कीर्तन कर, जिन्ना कीर्तन भेज के करेगा उन्हें तेरे अंदर दी मैल तो हो जाएगी, तू निर्मल होवेगा। तीसरा, जे कीर्तन नहीं आउंदा गुरबाणी पढ़, जे पढ़नी नहीं आउंदी सुन, जिन्नी गुरबाणी सुनेगा उन्ना तेरा अंदर निर्मल होवेगा। चौथा तरीका महाराज जी ने कहा कि एक काम कर, बाणी भी नहीं तेनों आउंदी, सुनना भी नहीं आउंदा, तू उठद्या बैठद्या वाहिगुरू वाहिगुरू जपी जा, तेनों लिख के दे देने, जिन्ना जपेगा उन्ना अंदरों निर्मल हो जाएगा। निर्मल सिख बंदे 4 तरीके जो बाणी च दसे। पहला है संगत। महाराज जी दे बचन ने जी, तुसी मैं के किसरे प्रमाण देंगा। पिंगुल पर्वत पार परे खल चतुर बकीता, पिंगला चढ़ गया पहाड़ ते, मूर्ख बंदा 4 वेदां दा वक्ता बन गया। पिंगुल पर्वत पार परे खल चतुर बकीता, अंधुले तेरे भवन सूझिया, अन्ने नूं 3 भवनां दी सोझी आ गई। गुर भेट पनीता, महिमा साधु संग की सुन हो मेरे मीता। मेरे मित्र सुन महाराज की महिमा। हुण साधु जदों शब्द आउंदा उन्हां वल ना लै जाया करो ध्यान, जेड़े बदकारियां करदे ने, कदी उन्हां वल सुरत लवाओ जिन्हां ने सारी जिंदगी पवित्र जीवन जिया। कमाल दी गल, साडे खाने च इन्ना कुछ पा दिता है, आ संत शब्द आउण दी देर है, इक्को दम अंदर तड़फ उठदा है, फलाना भी पखंडी फलाना भी पखंडी। मैं कई बार सोचना हुन्ना चलो इस कोई शक नहीं, एक कपट पहला भी सी अज भी जे, मैनू बख्श दिया जे अगां भी रहना। ये सब कुछ तो बना नहीं, ये रब दी खेड है। पाप ते पुण्य तो बिना सृष्टि नहीं चलेगी। ये नैगेटिव ते पॉजिटिव तो बिना नहीं अगे कुछ तुरेगा। ये रब दी खेड है, पर तेनू इहदे च भेजिया भी तू इहदे चों किवें बचना है। देखो कि ज्ञानी रागी भाई माड़े कर्म नहीं करते। मैनू बख्श दिया जे, आपां किन्ना को भंडन तुर भी नहीं एक दूजे नूं। सतगुरु कहते तू ओदी गल कर जिन्हों सचमुच सतगुरु ने अंदर दा जीवन बख्शिया, निर्मलता ही बख्शी। जे तू आप पवित्र नहीं होया ते पवित्र हिरदे वाले दा कारण है।
ਆਪਾਂ ਕਹਾਂਗੇ ਜੀ ਸੰਗਤ ਕੀਤਿਆਂ ਕੀ ਹੋ ਜਾਊਗਾ, ਕਿਉਂ ਨਹੀਂ ਹੁੰਦਾ। ਮਾੜਾ ਬੰਦਾ, ਮਾੜੇ ਦਾ ਮਤਲਬ ਫੁਰਨਿਆਂ ਕਰਕੇ, ਖਿਆਲਾਂ ਕਰਕੇ, ਜਿਹੜਾ ਵਿਕਾਰੀ ਬੰਦਾ ਹੈ, ਜਪਣ ਵਾਲਾ ਬੰਦਾ ਜਿਹੜਾ ਇਹ ਚੱਲਿਆ, ਉਹਦੇ ਕੋਲ ਤੁਸੀਂ 10 ਮਿੰਟ ਬੈਠ ਜਾਓ, 24 ਘੰਟੇ ਤੁਹਾਨੂੰ ਵੰਚਿਤ ਲੱਖੇਗਾ। ਅੱਧਾ ਘੰਟਾ 10 ਮਿੰਟ ਬੈਠਿਆ। ਕਮਾਈ ਵਾਲੇ ਕੋਲ 4 ਘੜੀਆਂ ਬੈਠ ਜਾਓ, 8 ਪੈਰ ਇੱਕ ਖੁਮਾਰੀ ਚੜੀ ਰਹੇਗੀ, ਕਿਉਂਕਿ ਉਹਦੇ ਸਰੀਰ ਚੋਂ ਜਿਹੜਾ, ਤੁਸੀਂ ਔਰਾ ਸ਼ਬਦ ਵਰਤਦੇ, ਮੈਨੂੰ ਅੰਗਰੇਜ਼ੀ ਚ ਨਹੀਂ ਕਹਿਣਾ ਹੁੰਦਾ, ਵੀ ਜਿਹੜੇ ਉਹਦੇ ਸਰੀਰ ਚੋਂ ਆਭਾ ਮੰਡਲ ਨਿਕਲਦਾ, ਇਹਨੂੰ ਪਖੰਡ ਚ ਨਹੀਂ ਲਿਜਾਣਾ। ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਸਾਰੀਆਂ ਗੱਲਾਂ ਮੰਨੀਆਂ ਨੇ ਕਿ ਜਿਹੜੇ ਸਿਮਰਨ ਦੀ ਤਰੰਗ ਹੈ ਨਾ, ਉਹ ਪੰਛੀ ਤੇ ਵੀ ਅਸਰ ਕਰਦੀ। ਭਾਵਾਂ ਕਿ ਸਾਡੇ ਆ ਸੱਜਣ ਅਰਥ ਕਰਦੇ, ਚਿੜੀ ਚੌਕੀ ਪੋ ਫੁੱਟੀ ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ, ਰੰਗ ਟੀਕਾ ਕਰਾਂ ਅਰਥ ਹੀ ਕੀਤੇ ਨੇ ਕਿ ਸਵੇਰੇ ਦਿਨ ਚੜਿਆ, ਠੰਡੀ ਹਵਾ ਚੱਲੀ ਤੇ ਚਿੜੀਆਂ ਚਹਿਕਣ ਲੱਗ ਪਈਆਂ। ਅਸੀਂ ਇਹੀ ਪੜ੍ਹੇ। ਇੰਡੀਆ 'ਚ, ਪੰਜਾਬ 'ਚ ਚਿੜੀਆਂ ਕੋਈ ਨਹੀਂ ਰਹਿ ਗਈਆਂ, ਤੁਸੀਂ ਜਾਣਦੇ ਹੋ, ਮਰ ਗਈਆਂ ਨਾ ਸਾਰੀਆਂ। ਉਹਦੇ ਮਰਨ ਦਾ ਕਾਰਨ ਕਿ ਟੈਲੀਫੋਨ ਦੇ ਟਾਵਰ 'ਚੋਂ ਨਿਕਲਦੀ ਕੋਈ ਤਰੰਗ ਨੇ, ਜਿਹੜੀ ਉਹ ਵੇਵ ਸਨ, ਉਹਨਾਂ ਨੇ ਮਾਰ ਦਿੱਤੇ। ਮੇਰੇ ਮਨ 'ਚ ਉਦੋਂ ਇਹ ਗੱਲ ਆਈ, ਹੁਣ ਆ ਜਿਹੜੀ ਨਿਕਲਦੀ ਪਈ ਤਰੰਗ, ਅਣਦਿਸਦੀ ਕੋਈ ਤਰੰਗ ਚਿੜੀ ਨੂੰ ਮਾਰ ਸਕਦੀ ਹੈ, ਤੇ ਪਿਆਰਿਓ, ਜਿੱਥੇ ਬੰਦਗੀ ਕਰਨ ਵਾਲੇ ਦੀ ਬੋਡੀ 'ਚ ਰੂਹਾਨੀਅਤ ਦੀ ਤਰੰਗ ਨਿਕਲਦੀ ਹੈ, ਉਹਦੇ ਨੇੜੇ ਬੈਠਾ ਹੋਇਆ ਪੰਛੀ ਵੀ ਚਹਿਕਣ ਲੱਗ ਪੈਂਦਾ ਹੈ। ਵਗਨ ਬਹੁਤ ਤਰੰਗ, ਬਹੁਤ ਤਰੰਗ ਕਿਹਾ, ਇੱਕ ਹਵਾ ਨਹੀਂ ਕਿਹਾ। ਤੇ ਅਗਲੀ ਤੁਕ 'ਚ ਕਿਹਾ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ, ਰੰਗ ਮੈਂ ਬੇਨਤੀ ਕਰਾਂਗਾ, ਨਿਰਮਲ ਬਣਨਾ ਤੇ ਨਿਰਮਲ ਦੀ ਸੰਗਤ ਕਰ। ਮਹਿਮਾ ਸਾਧੂ ਸੰਗ। ਹੁਣ ਕਹਾਂਗੇ ਸਾਨੂੰ ਕਿਵੇਂ ਪਤਾ ਲੱਗੇ ਨਿਰਮਲ? ਇੱਕ ਖਿਣ ਚੁਟਕੀ 'ਚ ਪਤਾ ਲੱਗ ਜਾਂਦਾ। ਜਿਹਦੀ ਸੰਗਤ ਕੀਤਿਆਂ ਗੁਰੂ ਪਿਆਰਾ ਲੱਗੇ, ਨਾਮ ਪਿਆਰਾ ਲੱਗੇ, ਸ਼ਬਦ ਪਿਆਰਾ ਲੱਗੇ, ਗੁਰੂ ਦੇ ਪਿਆਰੇ ਪਿਆਰੇ ਲੱਗਣ, ਬਸ ਇੱਕ ਗੱਲ ਚੇਤੇ ਰੱਖਿਓ, ਉਹ ਸ਼ੁੱਧਤਾ ਵਾਲਾ ਪਾਸਾ ਹੈ। ਤੇ ਜਿਹਦੇ ਕੋਲ ਬੈਠਿਆ ਭਾਵੇਂ ਲੱਖ ਉਹ ਗਿਆਨੀ ਧਿਆਨੀ ਹੋਵੇ, ਜਿਹਦੇ ਕੋਲ ਬੈਠਿਆ ਨਿਤਨੇਮ ਭੁੱਲ ਜਾਏ, ਪਿਆਰਿਓ ਨੇੜੇ ਨਾ ਫਟਕਿਓ, ਕਿਉਂਕਿ ਉਹਦਾ ਅੰਦਰ ਮਿਲੀਨ ਹੋਇਆ ਹੈ। ਸਤਿਗੁਰੂ ਨੇ ਕਿਹਾ, ਮਹਿਮਾ ਸਾਧੂ ਸੰਗ ਕੀ ਸੁਨ ਹੋ ਮੇਰੇ ਮੀਤਾ, ਮੈਲ ਖੋਈ ਆ ਨਿਰਮਲ ਸਿੱਖ ਬਣੇਗਾ। ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ, ਪਾਣੀ ਚੱਲੇ ਨਿਵਾਲ ਨੂੰ ਨਿਰਮਲ, ਨਿਰਮਲ ਭੈ ਚੀਤਾ। ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ, ਸਾਧ ਸੰਗ ਜੋ ਖਰ ਗੁਣ ਗਾਵੇ, ਸੋ ਨਿਰਮਲ ਕਰ ਲੀਜੈ। ਮਹਾਰਾਜ ਕਹਿੰਦੇ ਨੇ ਸੰਗਤ ਵਿੱਚ। ਹੁਣ ਸਿੱਧੀ ਜੀ ਗੱਲ ਜੀ, ਮੈਨੂੰ ਯਾਦ ਹੈ ਭਾਈ ਭਗੀਰਥ ਤੇ ਭਾਈ ਮਨਸੁਖ ਦੋਨੋਂ ਤੁਰੇ ਹੁੰਦੇ ਸਨ ਲਾਹੌਰ ਤੋਂ। ਤੁਹਾਨੂੰ ਪਤਾ ਹੈ ਭਗੀਰਥ ਮਲਸੀਆਂ ਦੇ ਸਨ ਭਾਈ ਸਾਹਿਬ ਹੋਣੀ, ਤੇ ਭਾਈ ਮਨਸੁਖ ਰਹਿੰਦੇ ਨੇ ਲਾਹੌਰ, ਵਪਾਰੀ ਨੇ ਆਪਣਾ, ਮੈਂ ਕਹਿੰਦਾ ਕਰੋੜਾਂਪਤੀ, ਕਿੰਨਾ ਕੰਮ ਸੀ ਉਹਨਾਂ ਦਾ ਚੱਲਦਾ। ਤੇ ਜਦੋਂ ਭਾਈ ਮਨਸੁਖ ਲੈਣ ਗਏ ਦਾਜ, ਵਿਆਹ ਸੀ ਗਰੀਬ ਦੀ ਬੇਟੀ ਦਾ, ਉਹਨੇ ਆ ਕੇ ਕਿਹਾ, ਬਾਬਾ ਜੀ ਧੀ ਦਾ ਵਿਆਹ ਪੱਲੇ ਕੁਛ ਨਹੀਂ। ਕਹਿੰਦੇ ਉਦਾਸ ਨਾ ਹੋ, ਵਿਆਹ ਕਰਾਂਗੇ ਲੋਕ ਦੇਖਣਗੇ। ਇਹ ਮਤਲਬ ਉਹਦੇ ਅੰਦਰ ਸਵੈਮਾਨ ਪੈਦਾ ਕਰ ਲੈ। ਭਾਈ ਮਨਸੁਖ ਇੰਨਾ ਪ੍ਰਭਾਵਿਤ ਹੋਇਆ ਭਗੀਰਥ ਦੇ ਜੀਵਨ ਤੋਂ, ਚੂੜਾ ਨਹੀਂ ਮਿਲਿਆ, ਬਾਕੀ ਸਭ ਕੁਝ ਮਿਲ ਗਿਆ। ਤੇ ਭਾਈ ਮਨਸੁਖ ਨੇ ਗੱਲਾਂ ਸੁਣ ਕੇ, ਉਹਨਾਂ ਸੰਗਤ ਕਰਕੇ ਕਹਿਣ ਲੱਗਾ, ਤੇਰੇ ਕੋਲ ਬੈਠਿਆ ਭਗੀਰਥ ਚੰਗਾ ਲੱਗਦਾ, ਅੱਗੇ ਵੀ ਤੂੰ ਆਉਂਦਾ ਸੈਂ, ਪਤਾ ਨਹੀਂ ਹੁਣ ਕਿਉਂ ਚੰਗਾ ਲੱਗਦਾ। ਭਾਈ ਭਗੀਰਥ ਚੁੱਪ ਸੁਣ। ਫਿਰ ਕਿਹਾ, ਉਹਨੇ ਕਿਹਾ, ਅਸਲ 'ਚ ਮੇਰੇ ਬਾਬੇ ਨੇ ਇੱਕ ਹੱਟ ਖੋਲਿਆ, ਲੋਕੀ ਕਹਿੰਦੇ ਨੇ ਮੋਦੀ ਅੰਨ ਲੁਟਾਉਂਦਾ ਪਿਆ, ਪਰ ਮੈਂ ਕਹਿੰਦਾ ਹੱਟ ਤੇ ਬੈਠਾ ਹੋਇਆ ਰੂਹਾਨੀਅਤ ਦਾ ਖਜ਼ਾਨਾ ਲੁਟਾਉਂਦਾ ਪਿਆ। ਉਹਨੇ ਦਾਤ ਦਿੱਤੀ। ਉਹਨੇ ਕਿਹਾ, ਫਿਰ ਮੇਰੀ ਬੇਟੀ ਦਾ ਚੂੜਾ ਮੈਂ ਬਣਾਇਆ, ਮੈਂ ਤੈਨੂੰ ਦੇਣਾ, ਮੈਂ ਤੇਰੇ ਨਾਲ ਜਾਵਾਂਗਾ। ਤੇ ਮੈਨੂੰ ਨਾ ਯਕੀਨ ਨਹੀਂ ਹੁੰਦਾ ਕਿ ਅੱਜ ਸੱਚਾ ਹੈ, ਤੇ ਫੁਰਨਾ ਬਣਾ ਲਿਆ, ਮੈਂ ਤਾਂ ਮੰਨਾਂਗਾ ਮੇਰਾ ਨਾਂ ਲੈ ਕੇ ਆਵਾਜ਼ ਮਾਰੇ। ਦੇਖੋ ਸਾਡੀ ਆਪੋ ਆਪਣੀ ਸੋਚ ਹੁੰਦੀ ਹੈ ਨਾ, ਗੁਰੂ ਇਹ ਥੋੜਾ ਵੀ ਅਸੀਂ ਉਹ ਨਾਂ ਲੈ ਕੇ ਆਵਾਜ਼ ਮਾਰਤੀ, ਕਹਿ ਦਿੱਤਾ ਜੀ ਗੁਰੂ ਦੀ ਬੜੀ ਵੱਡੀ ਕਰਾਮਾਤ। ਸਾਡੀ ਸੋਚ ਹੈ। ਰਸਤੇ 'ਚ ਉਹਨੇ ਇੱਕ ਸਵਾਲ ਪੁੱਛਿਆ, ਕਹਿੰਦਾ, ਭਗੀਰਥ ਇਹ ਜਿਹੜਾ ਮਨ ਹੈ ਇਹ ਨਿਰਮਲ ਕਿਵੇਂ ਹੋ ਸਕਦਾ? ਤੇ ਮੈਨੂੰ ਵਿਦਾਂਤ ਵਿਦੂਤ ਰਾਈ ਨਾ ਸਮਝਾਈ, ਗਿਆਨੀਆਂ ਵਾਲੇ ਸ਼ਬਦ ਨਾ ਸਮਝਾਈ, ਸਿੱਧੀ ਗੱਲ ਸਮਝਾ, ਮੈਲਾ ਨਿਰਮਲ ਕਿਵੇਂ ਹੋ ਸਕਦਾ ਹੈ? ਭਾਈ ਭਗੀਰਥ ਨੇ ਬੜੀ ਸੋਹਣੀ ਗੱਲ ਕੀ, ਕਹਿ ਲੱਗੇ, ਮਨਸੁਖ ਮੀਂਹ ਪੈਂਦਾ ਹੋਵੇ
ਤੇ ਮੈਲੀ ਪਰਾਤ, ਪਰਾਤ ਆਪੇ ਚ ਆਟਾ ਗੁੰਨੇ, ਮੈਲਾ ਭਾਂਡਾ ਮੈਲੀ ਪਰਾਤ ਪਾਣੀ ਚ ਰੱਖ ਦਿਓ। ਜਿੰਨੀ ਬਾਰਿਸ਼ ਜ਼ਿਆਦਾ ਹੋਵੇਗੀ, ਮੋਲੇ ਤਾਰ ਬਰਸਾਤ ਹੋਵੇਗੀ, ਪਈ ਜਾਏ ਬਾਰਿਸ਼, ਉਹ ਕੀ ਕਰੇਗੀ, ਮੈਲੇ ਪਾਣੀ ਨੂੰ ਪਹਿਲਾਂ ਮੈਲ ਉਗਾਲ ਕੇ ਪਾਣੀ ਮੈਲ ਬਾਹਰ ਕੱਢੇਗਾ। ਨਿਰੰਤਰ ਬਾਰਿਸ਼ ਹੁੰਦੀ ਰਹੇ ਤੇ ਪਰਾਤ ਬਿਲਕੁਲ ਅੰਦਰੋਂ ਨਿਰਮਲ ਤੇ ਪਾਣੀ ਨਿਰਮਲ ਹੋ ਜਾਏ। ਕਹਿੰਦਾ ਮੈਂ ਸਮਝਿਆ ਨਹੀਂ। ਕਹਿਣ ਲੱਗੇ ਮਨ ਹੈ ਕਈ ਜਨਮਾਂ ਦਾ ਮਹਿਲਾ, ਇਹਦੇ ਉੱਤੇ ਨਾਮ ਦੀ, ਗੁਰੂ ਗੁਰੂ ਸ਼ਬਦ ਦੀ ਇੰਨੀ ਕੁ ਬਾਰਿਸ਼ ਕਰੋ, ਇੱਕ ਦਿਨ ਆਵੇ ਕਿ ਇਹਦੇ ਪਰਾਤ ਦੀ ਮੈਲ ਉਗਲ ਕੇ ਬਾਹਰ ਨਲੀ ਨਿਕਲ ਜਾਏ ਤੇ ਅੰਦਰ ਨਾਮ ਟਿਕ ਜਾਏ। ਉਹਨਾਂ ਕਿਹਾ ਇਸ ਤਰੀਕ ਹੁੰਦਾ। ਮੈਂ ਬੇਨਤੀ ਕਰੀ ਕਿ ਨਿਰਮਲ ਕਿਰਦਾ, ਪਹਿਲੀ ਗੱਲ ਨਿਰਮਲ ਕਿਰਦੇ ਦੀ ਸੰਗਤ, ਦੂਜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕੀਰਤਨ ਕਰਿਆ ਵੀ ਮੈਲ ਜਾਂਦੀ। ਫਿਰ ਮੈਂ ਅਰਜ਼ ਕਰਾਂਗਾ ਅੰਤਰਾਤਮੇ ਤੋਂ ਗੁਣ ਗਾਵਤ ਤੇਰੀ ਉਤਰ ਸਮੈਲ ਕਿਹਾ। ਤੀਜੀ ਗੱਲ ਨਾਮ ਜਪਿਆ ਤਾਂ ਵੀ ਮੈਲ ਜਾਂਦੀ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਦਮੈ। ਇਹਦਾ ਮਤਲਬ ਨਾਮ ਨੇ ਮੈਲ ਨੂੰ ਬਾਹਰ ਕੱਢ ਦਿੱਤਾ। ਫੁਰਨੇ ਜਿਹੜੇ ਗੰਦੇ ਸਨ, ਮੰਦੇ ਸਨ, ਦੇਖੋ ਜਦੋਂ ਮੈਲ ਨਿਕਲਣੀ ਸ਼ੁਰੂ ਹੁੰਦੀ ਹੈ, ਪਹਿਲਾਂ ਇਸ ਜਨਮ ਦੇ ਫੁਰਨੇ ਬਾਹਰ ਗੰਦੇ ਨਿਕਲਦੇ ਨੇ, ਤੇ ਜਦੋਂ ਅੰਦਰ ਨਾਮ ਆਪਣੀ ਕਿਰਪਾ ਵਰਤਾਂਦਾ ਤੇ ਪਿਛਲੇ ਜਨਮਾਂ ਦੇ ਫੁਰਨੇ ਧੋ ਕੇ ਰੱਖ ਦਿੰਦਾ। ਕਿਉਂਕਿ ਅੱਜ ਦਾ ਤੇ ਮੈਲ ਹੀ ਨਹੀਂ। ਜਨਮ ਜਨਮ ਕੀ ਇਸ ਮਨ ਕੋ ਮੈਲ ਲਾਗੀ। ਐਸਤਾ ਐਸਤਾ ਦੇਖੋ ਪਹਿਲਾਂ ਦ੍ਰਿਸ਼ਟਮਾਨ ਦੇ ਫੁਰਨੇ ਮਿਟਾਏਗਾ। ਜਿਸ ਵਰਤਮਾਨ ਜੀ ਨੇ, ਮਹਾਰਾਜ ਜੀ ਨੇ ਬਚਨ ਕੀਤਾ ਕਿ ਨਾਮ ਜਪਿਆ ਮੈਲ ਜਾਏਗੀ। ਚੌਥਾ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਸੱਚੇ ਪਾਤਸ਼ਾਹ ਨੇ, ਕਹਿਣ ਲੱਗੇ ਗੁਰਬਾਣੀ ਸੁਣ ਮੈਲ ਗਵਾਏ। ਤੂੰ ਬਾਣੀ ਨੂੰ ਸੁਣ, ਤੇਰੇ ਅੰਦਰ ਦੀ ਮੈਲ ਜਾਏਗੀ। ਜਿਸ ਦਿਨ ਅੰਦਰ ਮੈਲ ਤੋਂ ਰਹਿਤ ਹੋ ਜਾਏਗਾ ਪਿਆਰਿਓ, ਉਸ ਦਿਨ ਸਿੱਖ ਦੇ ਹਿਰਦੇ ਵਿੱਚ ਗੁਰੂ ਨਾਨਕ ਦਾ ਨਿਵਾਸ ਹੋ ਜਾਏਗਾ। ਸਿੱਖ ਦੇ ਹਿਰਦੇ 'ਚ ਗੁਰੂ ਗੋਬਿੰਦ ਸਿੰਘ ਬੈਠਣਗੇ। ਫਿਰ ਦੇਖੋ ਨਿਰਮਲ ਹਿਰਦੇ ਨੂੰ ਰੱਬ ਆਵਾਜ਼ਾਂ ਮਾਰਦਾ, ਮੈਲਾ ਹਿਰਦਾ ਪੁਕਾਰਦਾ ਮੈਨੂੰ ਕੁਛ ਮਿਲੇ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੈ, ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਕਮਾਲ ਦੀ ਗੱਲ, ਲੋਕ ਰੱਬ ਨੂੰ ਆਵਾਜ਼ਾਂ ਮਾਰਦੇ ਨੇ ਕਿੱਥੋਂ ਮਿਲੇਗਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਦਰ ਨਿਰਮਲ ਹੋ ਜਾਏ ਤੇ ਗੁਰੂ ਵੀ ਬੂਵੇ ਖੜਕਾ ਕੇ ਕਹਿੰਦਾ ਲਾਲੋ ਘਾਰੇ ਅੱਜ ਦੁਪਹਿਰ ਦੀ ਰੋਟੀ ਤੇਰੇ ਘਰ ਹੀ ਖਾਣੀ ਹੈ। ਉਹਨੇ ਕਿਹੜਾ ਜਪ ਤਪ ਕੀਤਾ, ਅੰਦਰ ਨੀਅਤ ਰਾਸ ਸੀ। ਨਾਨਕ ਘਰ ਹੀ ਬੈਠਿਆਂ ਸ਼ੌ ਮਿਲੇ ਜੇ ਨੀਅਤ ਰਾਸ ਕਰੇ। ਬੇਨਤੀ ਕਰਾਂਗਾ ਕਿ ਦੇਖੋ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ। ਕਬੀਰ ਕਮਾਲ ਦੀ ਗੱਲ ਵੀ ਨਿਰਮਲ ਹਿਰਦੇ ਨੂੰ ਰੱਬ ਆਵਾਜ਼ਾਂ ਮਾਰਦਾ। ਹੁਣ ਇਸ ਤੋਂ ਅਗਲੀ ਬੇਨਤੀ ਥੋੜੀ ਜਿਹੀ ਮੈਂ ਕਰ ਦਿਆਂ ਕਿ ਜਿਹੜੇ ਗੁਰਮੁਖ ਅਭਿਆਸ ਕਰਦੇ ਨੇ, ਮੈਂ ਉਹਨਾਂ ਨੂੰ ਆਪਣੀ ਸੰਥਿਆ ਸੁਣਾਉਣ ਲੱਗਾ, ਕੋਈ ਆਪਣਾ ਤਜਰਬਾ ਨਹੀਂ। ਜਦੋਂ ਅਸੀਂ ਸਿਮਰਨ ਨਾਮ ਜਪਾਂਗੇ ਤੇ ਇੱਕ ਨਿਸ਼ਾਨਾ ਮਿੱਥ ਕੇ ਚੱਲੋ, ਖੱਬੇ ਸੱਜੇ ਨਾ ਕਿਸੇ ਨੂੰ ਸੁਣਨਾ ਨਾ ਦੇਖਣਾ। ਮੇਰੇ ਗੁਰੂ ਨੇ ਕਿਹਾ ਵੀ ਨਾਮ ਜਪੇ ਤੇ ਛੁਟਕਾਰਾ ਹੋਣਾ, ਆਪਾਂ ਗੁਰੂ ਨਾਨਕ ਨੂੰ ਹੀ ਦੇਖਣਾ ਹੈ। ਜਪੋ ਤਾਂ ਏਕੋ ਨਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਕੇਵਲ ਨਾਮ, ਸਿਰਫ ਨਾਮ। ਇਹ ਫਿਰ ਸਾਰਾ ਕੁਝ ਅੰਦਰ ਕਿਵੇਂ ਠੀਕ ਹੋਵੇਗਾ, ਕਿਉਂਕਿ ਸ਼ਬਦ 'ਚ ਬੜੀ ਵੱਡੀ ਤਾਕਤ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਵਾਹਿਗੁਰੂ ਗੁਰ ਸ਼ਬਦ ਅਸੀਂ ਜਪਨੇ। ਚਲੋ ਇਸ ਸੰਬੰਧੀ ਵੀ ਕਦੀ ਵਿਚਾਰ ਕਰਾਂਗੇ। ਭਾਈ ਸਾਹਿਬ ਜੀ ਨੇ ਲਿਖਿਆ ਸਤਿਨੂਮ ਸਤ ਰੂਪ ਸਤ ਨਾਮ ਕੁਰ ਸਤਿਗੁਰੂ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ। ਕਹਿੰਦੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਪਹਿਲੀ ਗੱਲ ਕਿ ਜਦੋਂ ਆਪਾਂ ਨਾਮ ਸ਼ੁਰੂ ਕਰਨਾ ਜਪਣਾ, ਮਨ ਕੋਈ ਨਹੀਂ ਜੇ ਲੱਗਣਾ। ਪਹਿਲਾਂ ਅਲੂਣੀ ਸੇਲ ਹੈ ਤੇ ਅੰਦਰ ਹੋਣਾ ਕੀ ਏ, ਜਿਹੜੀਆਂ ਘਟਨਾਵਾਂ ਅੱਜ ਤੋਂ ਕਈ ਸਾਲ ਪਹਿਲਾਂ ਵਾਪਰੀਆਂ ਨੇ, ਮੰਦੀਆਂ, ਜਿਹੜੀਆਂ ਆਪਣੇ ਤਨ ਕਰਕੇ ਮਾੜੇ ਕਰਮ ਕੀਤੇ ਨੇ, ਅਸੀਂ ਸਮਝਨੇ ਉਹ ਸਾਰੇ ਖਤਮ ਹੋ ਗਏ। ਖਤਮ ਤੋਰਾ ਉਹ ਢੱਕੇ ਪਏ ਨੇ, ਕਿਉਂਕਿ ਇੱਕ ਪਾਪ ਦੂਜੇ ਪਾਪ ਨੂੰ ਢੱਕ ਲੈਂਦਾ। ਅਸੀਂ ਸਮਝਨੇ ਉਹ ਮੁੱਕ ਗਿਆ, ਨਹੀਂ। ਕਬੀਰ ਸਾਹਿਬ ਨੇ ਕਿਹਾ ਪਾਪ 2 ਵਾਰੀ ਪ੍ਰਗਟ ਹੁੰਦੇ ਨੇ ਜ਼ਿੰਦਗੀ 'ਚ। ਜਿਹੜਾ ਬੰਦਗੀ ਕਰ ਲੈ ਜਿਉਂਦੇ ਜੀ, ਉਹਦੇ ਜਿਉਂਦੇ ਜੀ ਪ੍ਰਗਟ ਹੋ ਕੇ ਧੁੱਪ ਜਾਂਦੇ ਨੇ। ਜਿਹੜਾ ਬੰਦਗੀ ਨਾ ਕਰੇ ਉਹਦੇ ਮਰਨ ਵੇਲੇ ਪ੍ਰਗਟ ਹੋ ਜਾਂਦੇ ਨੇ। ਕਬੀਰ ਜੇਤੇ ਪਾਪ ਕੀਏ ਰੱਖੇ ਤਲੇ ਦੁਰਾਏ, ਲੁਕਾ ਕੇ ਰੱਖੇ, ਮੁਕਾਏ ਤੇ ਨਹੀਂ ਲਿਖਿਆ ਨਾ।
लुकाए दुराए ते मुकाए बड़ा फर्क है। कबीर जेते पाप किए राखे तले दुराए, प्रगट भय निधान सब जा पूछे। धर्मराज बंदा फिर आवाजा मारदा, पाप निकलते ने अंदर। हाँ जदों सिमरन करने है ना उदों भी निकलते हैं, उदों चेते आउंदा है मैं आ भी पाप किया, आ भी किया, आ भी किया। हुण ओनू देख के बंदा भजे ना, ओनू देख के उन्हें सोचे जी मैं तो सिमरन करना, मैनूं तो बड़े गंदे फुरने आई जाते। प्यारिओ मेरे गुरु नानक साहब ने कहा पापां नाल भरी कोई मत उस नाम नाल धुप दीए, पर डरी ना। जदों तन उत्ते धूड़ जम जाए ते पहला छट्टा मारेगा पानी दे शरीर दे अंग च ते मैल ही निकल के थले जाएगी। ते ये देख के चिंतित ना होवी, पानी मैं निर्मल पाया ते मैल कित्थों आ गई। पां होर धुप जाएगा, निर्मल हो जाएगा। कपड़ा धोएगा, पलीत होया कपड़ा साबन नूं लाएगा, पहली घासी नाल मैल ही उगलेगी। ते उस उगली मैल नूं देख के डर ना। आ बीबियां भैणां जदों कपड़े उत्ते पिंडां च धोंदियां साबन नाल मैल उगलनी, पानी पाना ते फिर डंडे नाल कुटना, वो तरीका सी नाम जपण दा। पहली घासी ते पानी मैल ही बाहर कढदा है। जदों पानी पा के कुटिया जांदा है ते खेस चादरां भी चिट्टे हो जाते ने। तू पहले दिन बैठेगा ये विच उगल के बाहर ही आनी, जो कुछ पाया भी बाहर होना है ना। ते फिर बंदा डर के कहता जी मेरे नाल आ बन गया, तेरे नाल तां बनिया, किसी दूजे दे पाए ही नहीं। आ दरवाजे ने ना सारे, खिड़कियां ही ने ना, 9 दरवाजे चलो आप कहने आ। उसे घर दा दरवाजा ते खिड़कियां चंगियां जिदे राही रोशनी जाए, ताजी हवा जाए, जिदे रोशनदान ते खिड़कियां अंदर हनेरी दी मैल सट्टन। सियाणे लोग पहले ही बंद कर देंदे ने। ते जदों तेरे अंदर मैल जांदी होवे इन्हां नूं ही बंद करन दी जाच सिख। ये भी तो दरवाजे ने। सतगुरु ने कहा पहली गल मैल धुपेगी, फुरने उठणगे, गंदे उठणगे, वैरी सामने आउणगे, मरे हुए जी भी सामने आउणगे, सिमरन करदिओ भी आउणगे जिहड़े मर चुके ने, ते जिन्हां मरियां नाल धरो कमाए। पर सतगुरु कहंदे ने ये छड्डी ना, ऐ दृढ़ होके लगा रहो, नाल अरदासां करी जा। मैं बेनती तां कर निर्मल होण लई। उस तो बाद अगली किरपा होवेगी कुछ दिनों बाद। हाँ जे नदर हो जाए तो दिन शब्द बड़ा दूर दा, एक खिंच। पर अभ्यास तो कुछ दिनों तो बाद ज्यों ज्यों मैल सड़नी खत्म होएगी त्यों त्यों अंदर टिकन लग पेगा, क्योंकि मैला अंदर नहीं टिकता। भाई गुरदास साहब ने कहा चलदी कोई हवा च पतंग कदी नहीं टिकदी, उडेगी। याद रखियो सोने च मैल होवे वो कुठाली च 4 चफेरे भटकेगा, उडेगा। जे रस्सी दी डोर दी मरोड़ दिती होवे ते लाटू भमीरी घूमेगी। जे अंदर मैल होवेगी अंदर वाला जरूर उडेगा। हवा रुक जाए ते पतंग डिग पैंदी है। जे वट किते खत्म हो जाए डोरी दे ते भमीरी टिक जांदी है। जे सोने दी मैल किते निकल जाए ते सोना टिक जांदा है। ते जदों अंदर दी मैल निकल जाए उदों बाणी पढ़दे अंदर टिक जांदा, पर मैल प्रगट जरूर होवेगी। ये तो घबराइए ना। भाई साहब ने कहा पवन गवन जैसे गुडिया उड़त रहे, पवन रहत गुडी उड़ न सकत है। उहदे विच मैं सारा निकबित पढ़दा। दुरमत दुबदा भरमत है चक्र चतर कुंठ, गुरमत एक टेक मोह ना बकत है। जिन्नी देर तक दुरमत है दुबदा है ये मन भजेगा। जिदन सतगुरु ने कृपा की ते ये धुप गया। पहला काम होवेगा निर्मल मन टिकेगा। इनू जपजी साहिब च तुसी पढ़दे हो, भरीए हथ पैर तन दे, पानी धोता है उतर सखे, मूत पलीती कपड़ होए, दे साबून लईया ओ धोए। हुण 2 प्रमाण दे के क्या, भरीए मत पापां कै संग ओ धोपै ना मैं कह रहा। जदों मैल निकली अंदर निर्मल होया। मैं तां बेनती की बाहरों असीं सारी निर्मल हाँ, कपड़े भी सोहने पा ले, दस्तार भी सजा ली, सिरीसा मैं भी उत्ते पाईए, पर अंदर झाती मारीए जियो मैले बाहरों निर्मल जियो ता मैले तेरी जन्म जुवे हारिया। ये तिशना वड्डा रोग लगा। किवें निर्मल सिख तू हो गया? इस पौड़ी मुताबिक तो कोई बचदा ही नहीं। ये तिशना वड्डा रोग लगा। मरण मनो विसारिया, वेदा मैं नाम उत्तम, सो सुनै नाही फिरै ज्यों बेतालिया।
ਕਹਿ ਨਾਨਕ ਜਿਨ ਸਤ ਤਦਿਆ ਕੂੜੇ ਲਾਗੇ ਤਿਨੀ ਜਨਮ। ਪਰ ਜਦੋਂ ਨਾਮ ਜਪਿਆ ਫਿਰ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਕਿਵੇਂ ਜੀ? ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ, ਖਬਰ ਹੀ ਨਹੀਂ ਜਾਂਦੀ ਨਿਰਮਲ ਹਿਰਦੇ ਕੋਲ। ਸੋਏ ਦਾ ਅਰਥ ਹੁੰਦਾ ਖਬਰ, ਜਾਣਕਾਰੀ, ਸਮਾਚਾਰ। ਕੂੜ ਕੀ ਸੋਏ ਪਹੁੰਚੈ ਨਾਈ ਮਨਸਾ ਸਾ ਸਮਾਣੀ। ਜਨਮ ਰਤਨ ਜਿਨੀ ਖੱਟਿਆ ਤਿਨੀ ਜਨਮ ਜੂਏ ਖਾਰਿਆ ਮੈਲਿਆਂ ਨੇ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਮੈਂ ਇੱਕ ਪ੍ਰਮਾਣ ਤੁਹਾਨੂੰ ਹੋਰ, ਸਮਾਂ ਮੈਂ ਤੁਹਾਡਾ ਕਾਫੀ ਲੈ ਲਿਆ, ਤੁਸੀਂ ਟਿਕਾ ਬਖਸ਼ਿਏ ਕਿਉਂਕਿ ਦਿਨ ਮੇਰਾ ਸਿਰਫ ਇੱਕੋ ਰਹਿ ਗਿਆ ਇਸ ਵਰੇ ਦੀ ਫੇਰੀ ਦਾ। ਗੁਰੂ ਸਾਹਿਬ ਨੇ ਨਿਰਮਲ ਹਿਰਦੇ ਬਾਰੇ ਇੱਕ ਸ਼ਬਦ ਕਿਹਾ, ਅਬ ਮੋਰੋ ਨਾਚਨੋ ਰਹੋ। ਧੰਨ ਗੁਰੂ ਅਰਜੁਨ ਸਾਹਿਬ। ਇਹ ਚ ਸਿਰਫ ਦੋ ਅਸੀਂ ਬਚਨ ਲਾਂਗੇ। ਜਦੋਂ ਅੰਦਰ ਨਿਰਮਲ ਹੋ ਜਾਏ, ਇਹ ਜਿਹੜਾ ਭੂਤਨਾ ਹੈ ਨਾ ਮਨ, ਇਹ ਨਚਣਾ ਜੇ ਨਚਣਾ, ਇਹਦੇ ਵਰਗਾ ਮਿੱਤਰ ਵੀ ਕੋਈ ਨਹੀਂ। ਮੈਂ ਭਾਈ ਸਾਹਿਬ ਨੂੰ ਕਿਹਾ ਸੀ ਵੀ ਮੈਨੂੰ ਸੱਚੀ ਗੱਲ ਏ ਪਿਛਲੇ ਸਾਲਾਂ ਤੋਂ ਗੂੜ ਗੱਲ ਕਰਨ ਦਾ ਰਸ ਆ ਰਿਹਾ ਮੇਰੇ ਮਨ 'ਚ। ਸਾਡੀ ਬਾਡੀ ਹੈ, ਦੇਹ ਹੈ। ਗੁਰੂ ਗ੍ਰੰਥ ਸਾਹਿਬ 'ਚ ਦੇਹ ਦਾ ਕਨਸੈਪਟ ਕੀ ਹੈ? ਇਹ ਮਾੜੀ ਹੈ। ਇੱਕ ਪਾਸੇ ਪੰਜਾਂ ਤੱਤਾਂ ਦਾ ਢਾਂਚਾ ਹੈ, ਦੂਜੇ ਪਾਸੇ ਇਹਦੇ 'ਚ ਵਾਹਿਗੁਰੂ ਬੈਠਾ ਹੈ, ਤੀਜਾ ਇਹਦੇ 'ਚ ਅੰਮ੍ਰਿਤ ਪਿਆ ਹੈ। ਇਹ ਕੀ ਸਿਸਟਮ ਹੈ? ਚੌਥਾ ਇਹਦੇ 'ਚ ਰੱਬ ਦਾ ਘਰ ਬਣਿਆ। ਕਦੋਂ ਇਹ ਰਾਖਸ਼ ਬਣਦੀ ਤੇ ਕਦੋਂ ਮੰਦਰ ਬਣਦੀ, ਸਭ ਕੁਝ ਬਾਣੀ 'ਚ ਲਿਖਿਆ। ਕਦੋਂ ਇਹ ਪਲੀਤ ਹੁੰਦੀ ਹੈ, ਕਦੋਂ ਇਹ ਪਵਿੱਤਰ ਹੁੰਦੀ। ਇਹ ਵਿਸ਼ੇ ਨੇ ਸਰਵ ਮਨ ਹੈ। ਤੁਸੀਂ ਦੇਖੋ ਹੁਣ ਆਪਾਂ ਬੈਠੇ ਹਾਂ, ਇਹ ਇੱਕੋ ਜਿਹਾ ਨਹੀਂ ਰਹਿੰਦਾ। ਮੈਂ ਬੇਨਤੀ ਕਰਾਂ, ਇਹ ਜਦੋਂ ਸਿਮਰਨ ਕਰ ਰਹੇ ਆ, ਗੁਰੂ ਕੋਲ ਆਉਂਦੇ ਆ, ਇਹ ਝਲਕਾਰੇ ਮਾਰ ਜਾਂਦਾ ਹੈ। ਇਉਂ ਸਮਝੋ ਹੁਣ ਇੱਥੇ ਹੋ ਗਿਆ ਹਨੇਰਾ, ਇੰਡੀਆ 'ਚ ਚਾਨਣ, ਧਰਤੀ ਤੇ ਇੱਕੋ ਹੀ ਹੈ ਨਾ। ਬਸ ਜਿਹੜਾ ਪਾਸਾ ਧਰਤੀ ਦਾ ਘੁੰਮ ਕੇ ਸੂਰਜ ਅੱਗੇ ਆ ਜਾਏ ਉੱਥੇ ਪ੍ਰਕਾਸ਼ ਹੋਵੇਗਾ, ਜਿਹੜਾ ਦੂਰ ਚਲਾ ਗਿਆ ਉੱਥੇ ਹਨੇਰਾ ਹੋ ਜਾਏਗਾ। ਜਿਸ ਦਿਨ ਤੇਰਾ ਮਨ ਗੁਰੂ ਅੱਗੇ ਆ ਜਾਏ ਉਦੋਂ ਚਾਨਣ ਹੋ ਜਾਂਦਾ ਹੈ, ਜਦੋਂ ਇਹਦੇ ਤੋਂ ਦੂਰ ਜਾਣਾ ਇਹਦੇ 'ਚ ਹੀ ਹਨੇਰਾ ਹੋ ਜਾਂਦਾ ਹੈ। ਦੋ ਪੱਖ ਨੇ, ਅੰਧਕਾਰਮਈ ਮਨ ਤੇ ਪ੍ਰਕਾਸ਼ਮਈ ਮਨ। ਇੱਕੋ ਹੀ ਮਨ ਹੈ, ਦੋ ਚੀਜ਼ਾਂ। ਉਂਝ ਤਾਂ ਬਾਬਾ ਜੀ ਨੇ ਤੇ ਬਹੁਤ ਲਿਖਿਆ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ। ਜਾਂ ਕਿਹਾ ਮਨ ਜੋਗੀ ਮਨ ਭੋਗੀਆ, ਮਨ ਮੂਰਖ ਗਵਾਰ, ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਇਹ ਭੂਤਨਾ ਹੈ, ਇਹ ਨੱਚਦਾ ਹੈ, ਇਹ ਮੂਰਖ ਹੈ, ਇਹ ਡੱਡੂ ਹੈ, ਗਧਾ ਹੈ, ਕੁੱਤਾ ਹੈ, ਸਭ ਕੁਝ ਕਹਿ ਕੇ ਪਰ ਨਾਲ ਕਹਿਣ ਲੱਗੇ ਯਾਰਾ ਤੈਨੂੰ ਝੜਕਿਆ ਤੇ ਬੜਾ ਹੈ, ਰੱਬ ਵੀ ਤੇਰੇ ਤੋਂ ਬਿਨਾ ਨਹੀਂ ਮਿਲਣਾ, ਤੂੰ ਨਾਲ ਚੱਲੇਗਾ ਗੱਲ ਤਾਂ ਹੀ ਬਣਨੀ ਹੈ। ਤੇਰੇ ਤੋਂ ਬਿਨਾ ਕਿਤੇ ਮਨਸਾ ਮਿਲਿਆ ਨਾ ਕੋਈ, ਮੰਮਾ ਮਨਸਿਓ ਤੇ ਤੇਰੇ ਨਾਲ ਤਾਂ ਕੰਮ ਚਲਾਣਾ। ਚਲੋ ਝਿੜਕ ਝੁੜਕ ਕੇ ਤੈਨੂੰ ਕਾਬੂ ਲਿਆਉਣੇ ਪਏ ਆ, ਪਰ ਤੈਨੂੰ ਮੈਂ ਛੱਡ ਨਹੀਂ ਸਕਣਾ। ਤੇਰੇ ਨਾਲ ਤੂੰ ਚੱਲੇਗਾ ਤਾਂ ਗੱਲ ਚੱਲਣੀ। ਮਨਸਾ ਮਿਲਿਆ ਨਾ ਕੋਈ, ਮਨ ਹੀ ਮਨ ਸਿਓ ਕਹਿ ਕਬੀਰਾ। ਅਸੀਂ ਪੜ੍ਹਨੇ ਮੰਮਾ ਮਨ ਸਿਓ ਕਾਜੈ, ਮਨ ਸਾਧ ਸਿਧ। ਗੁਰੂ ਅਰਜਨ ਸਾਹਿਬ ਕਹਿੰਦੇ ਜਦੋਂ ਸਿਮਰਨ ਕੀਤਾ, ਅਬ ਮੋਰੋ ਨਾਚਨੋ ਰਹੋ। ਹੁਣ ਮੇਰਾ ਮਨ ਨਹੀਂ ਨੱਚਦਾ, ਨਿਰਮਲ ਹੋ ਗਿਆ। ਲਾਲ ਰੰਗੀਲਾ ਸਹਿਜੇ ਪਾਇਓ, ਵਾਹ ਜੀ ਵਾਹ, ਕਿੱਡਾ ਨਿਰਮਲ। ਹੁਣ ਨਹੀਂ ਮੈਂ, ਗੁਰੂ ਸਾਹਿਬ ਕਹਿੰਦੇ ਸੀ ਨਹੀਂ ਨੱਚਦੇ ਦਾ, ਸਾਨੂੰ ਸਮਝਾਉਂਦੇ ਨੇ। ਨਿਰਮਲ ਸਿੱਖ ਕਹਿੰਦਾ ਹੁਣ ਨਹੀਂ ਮੈਂ ਨੱਚਦਾ, ਟਿਕ ਗਿਆ ਅੰਦਰੋਂ। ਗੁਰੂ ਨੇ ਬਚਨ ਦਿੱਤਾ, ਬਸ ਲਾਲ ਰੰਗੀਲਾ ਸਹਿਜੇ ਪਾਇਓ, ਸਤਿਗੁਰ ਬਚਨ ਲਹੋ। ਹੁਣ ਅਗਲੀਆਂ ਦੋ ਉਦਾਹਰਨਾਂ ਨੇ ਬੜੀਆਂ ਸਿੰਪਲ ਸਮਝਣ ਵਾਸਤੇ। ਇੱਕ ਹੈ ਸਾਡੇ ਕਲਚਰ ਦੀ ਖੁੰਨ ਨਹੀਂ ਰਹੀ। ਹੁਣ ਤਾਂ ਸਿਰਫ ਆਪਾਂ ਨਿਆਣਿਆਂ ਅੱਗੇ ਹੱਥ ਜੋੜ ਕੇ ਆਪਣੀ ਜ਼ਿੰਦਗੀ ਕੱਢਨੇ ਪਏ ਆ। ਇਹ ਮੰਨਦੇ ਮੁੰਦੇ ਕਿਸੇ ਦੀ ਨਹੀਂ ਜੇ। ਇਹ ਐਵੇਂ ਭਾਵੇਂ ਜਿੰਨੇ ਮਰਜ਼ੀ ਰੌਲਾ ਪਾਈ ਜਾ, ਮੈਂ ਇਸ ਤਰ੍ਹਾਂ ਇਹ ਸੱਚੀ ਗੱਲ ਹੈ। ਪਹਿਲਾਂ ਅੱਜ ਤੋਂ 50 ਸਾਲ ਪਹਿਲਾਂ ਪਿਓ ਹੁੰਦਾ ਸੀ, ਪੁੱਤਰ ਹੁੰਦਾ ਸੀ। ਅੱਜ ਪੁੱਤਰ ਪਿਓ ਬਣ ਗਿਆ ਤੇ ਪਿਓ ਪੁੱਤਰ ਬਣ ਕੇ ਹੱਥ ਜੋੜਦਾ ਪਿਆ। ਇਹ ਤੋਂ ਨਕਾਰੀ ਨਾ ਹੋਵੋ। ਇਹ ਚੱਲਦਾ ਪਿਆ ਚੱਕਰ ਸ੍ਰਿਸ਼ਟੀ ਦਾ। ਇਹ ਕਿਉਂਕਿ ਉੱਥੋਂ ਆਏ ਆ ਸਾਰੇ, ਖੂਨ ਸਾਡਾ ਉੱਥੋਂ ਦਾ। ਅਜੇ ਚੱਲਣਗੇ। ਜਿੱਦਣ ਕਿਤੇ ਅੰਦਰ ਦੀ ਸੋਝੀ ਪੈਗੀ, ਫਿਰ ਚੱਟ ਕੇ ਮੱਛੀ ਪੱਥਰ ਪਿਛਾ ਹਟੇਗੀ। ਇਸ ਭੋਗ ਵਾਸ਼ਨਾ ਤੋਂ ਅੱਗੇ ਵੀ ਕੁਝ ਹੈ? ਇਹ ਤਾਂ ਸਭ ਕੁਝ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਪੁਰਾਣਾ ਕਲਚਰ ਸਾਡਾ ਕਿ ਬੇਟੀ ਦਾ ਰਿਸ਼ਤਾ ਕਰ ਦਿੱਤਾ, ਅਬ ਮੋਰੋ ਨਾਚ ਨੂੰ ਰੱਖੋ। ਰਿਸ਼ਤਾ ਹੋ ਗਿਆ, ਪਤੀ ਨਹੀਂ ਵੇਖਿਆ, ਪਤੀ ਨੇ ਜਿਸ ਨਾਲ ਰਿਸ਼ਤਾ ਹੋਇਆ ਉਹ ਬੇਟੀ ਨਹੀਂ ਦੇਖੀ। ਉਸ ਵੇਲੇ ਸੀ ਪਰ ਉਹਨੂੰ ਦੱਸਿਆ ਵੀ ਨਹੀਂ, ਤੇਰਾ ਰਿਸ਼ਤਾ ਕਰ ਦਿੱਤਾ। ਪਹਿਲਾਂ ਨਹੀਂ ਸੀ ਦੱਸਦੇ।
सहेलियां नूं पता लग गया, कर गया भी तेरा रिश्ता हो गया। गुरु साहब कहते ने मां कोल, भैन कोल, भरावां कोल चुप, पर सहेलियां नाल हस के गल्लां करदी। जदों दे पति दी गल करदी ने खिड़ जांदी, खसदी, गल्लां उन्होंने शेयर करदी। पर जिद्दन बरात आई, सब तो पहला यह काम कीता, अपने चेहरे नूं घुंड नाल, देखो इत्थे ये ना कहना भी घुंड दा प्रचार कर ला पिया, उदाहरण दा एक पक्ष लईदा। उन्हें चेहरे नूं घुंड नाल ढक लिया, पति दो चेहरा लुकाया, ना तां हसदी ना खिड़ के बोलदी जिवें पहलां बोलदी सी। कहन लगे जिन्नी देर तक पति नहीं सी आया, हासे ते बोल उन्नी देर तक सन, जिदन पति आ गया उदन बोल खामोश हो गए। ये मन भी उन्नी दौर तक ही दुलत्तियां मार दे, अजे प्यारा नहीं आया, जिदन आ गया भी चुप कर जाएगा। एक उदाहरण है ना, कुवार कन्या जैसे संग सहेरी निर्मल सिख, कुमार कन्या जय सिंह संग सखेरी, प्रिय बचन उपहास कहो, जो सुरजन ग्रह भीतर आयो, तो मुख काज लजो। जदों पति घर च आया, ओही चेहरा कज्जिया गया कपड़े नाल। जदों साईं जी घर च आ गए, मैल निकल गई, अंदर वाला कज्जिया गया। तीसरा बचन महाराज जी ने क्या, जो कनको कुठारी चढ़ियो, कबरो होत फिरो। सोना कुठाली च पिया, कबरा होया नचदा। ते मैं बेनती करांगा गुरसिखो, गुरु ग्रंथ साहिब कोल सब कुछ है। मैनू याद है बाबा नंद सिंह इन्हां दा बोल लिख, वो कहंदे सन, जिस बंदे दी गुरु ग्रंथ साहिब तो पूरी नहीं पई, ओदी दुनिया च कितों भी पूरी नहीं पैनी। ये सिख दे हर चीज ये च, पर प्रैक्टिस कोई नहीं साडी। जिन्ना महापुरखा ने कमाई की, साडा एक दुखांत नहीं कहांगा, जिन्ना ने कमाया वो खामोशी च चले गए। पर जे किते अपनी कमाई दे अभ्यास नूं, वो प्रैक्टिस नूं लिख के दे जांदे वारतक, किवें मन लड़िया जांदा। कुछ कुछ मिलदियां ने उदाहरणां, फिर पता लगदा भी सिक्खी च किड्डे किड्डे कमाई वाले होए ने, क्योंकि उन्हां लिखिया नहीं। वो अपना जीवन कमाया, संगत कीती, कीर्तन कीता, कुछ कर गए। पर जे वो एक एक स्पिरिचुअलिटी दे पड़ां दर पड़ां दस दे भी इत्थे सुरत इस तरह जपना, देखो ये सारियां बख्शां। महाराज कहंदे ने, सोना जो कनको कुठारी चढ़ियो, कबरो होत फिरो, जब ते शुद्ध पै है बार है, तब ते थान थिरो। सोना मैला होवे, चार चफेरे कुठाली दे दौड़दा है। जदों सोना शुद्ध होया, वो कुठाली च टिक गया। जदों जप के गुरु गुरु अंदर शुद्ध होया, तो शरीर विच टिक गया। मैं बेनती करांगा, पहली गल नाम मैल धोवेगा। सिख दा पहला पड़ा मैल नूं धोना। दूजा काम, मन निर्मल हो जाएगा, एकाग्रता बनेगी। तीसरी कृपा, जदों एकाग्रता बन गई, तीजा पड़ा रस आना शुरू हो जाएगा। ते जदों रस आना शुरू हो गया, चेते रखियो फिर तन विच एक ऐसी नाम दी चरनाड़ चढ़ेगी। फिर सुता होवे, बैठा होवे, जागदा होवे, नाम ही चलता रहेगा। मैं बेनती करांगा, निर्मल सिख ਉਹੀ हो सकता जिन्हें अंदर दी वासना तो मुक्त हो गया। निर्मल सिख होवे ਜਿਹੜਾ ਬੱਚਿਆਂ ਵਿੱਚ ਇਸਤਰੀ ਕੋਲ, ਇਸਤਰੀ ਬੀਬੀ ਭੈਣ ਉਹ ਪਵਿੱਤਰ ਜਿਹਦਾ ਪਤੀ ਕੋਲ, ਪਰ ਗ੍ਰਸਤ ਦੇ ਫਰਜ਼ ਨਿਭਾਉਂਦਿਆਂ ਜਿਹੜੇ ਦੋਨੋਂ ਆਪਸ ਵਿੱਚ ਰਹਿੰਦੇ ਹੋਏ ਵੀ वासना तो मुक्त हो गए, सिख निर्मल हो गया। सो गिरही जो निग्रह मतलब रोकना, जिन्हें वासना ते काबू पा लिया। सो गिरही जो निग्रह करे, जब तब संयम भीख्या करे, पुण्य दान का करे शरीर। सो गिरही गंगा, निर्मल हो गया ना। सो गिरही गंगा का नीर। मैं बेनती करांगा, सिखी दी निशानी जे निमरता है ते पानी निर्मल है, ते सिख दा अंदर भी निर्मल है। अज दी विचार दा विश्राम इत्थे। कल नूं सिर्फ मैं यतन करांगा इस नूं होर अगे थोड़ा जिहा खोल सकां, निर्मलता ही। पर मैं फिर बेनती करां, मैं नूं मरण तो बिना निर्मल नहीं होया जाना। तां ही बुल्ले दी गल मैनूं बड़ी चंगी लगी। वो कहंदा, मक्के गया गल मुकदी नाही, जेकर दिलों ना आप मुकाइए। मक्के गया गल मुकदी नाही, जेकर दिलों ना आप मुकाइए। गंगा गया गल मुकदी नाही, भावें कितने गोते लाइए। गया गया गल मुकदी नाही, भावें कितने पिंड भराइए। बुल्ले शाह
गल ताइयों मुकदी जद मैं नूं खड़े लुटाइए। आ मैं मरे, पर यह शब्द गुरु दा किरपा करेगा। मैं सिर्फ एक पक्ष थोड़ा जा रखिया है, सिख दी निर्मलताई। आ 10 जेड़े दोष असी बाणी चो पढ़े ने, बस 4 जबान दे, 3 साडी बॉडी दे, 3 साडे मन दे। इस तो अगे भी अखां दा भी वखरा है सिस्टम, कन्नां दा वखरा है, पर 10 मोटे जै ने। बस इन्हां ते थोड़ा जा काबू जा बन जाए, सतगुरु इन्हां तो बचा लवे, फिर निर्मलताई आवे। इन्नियां कोई बेनतियां स्वीकार करियो। मेरे तो बोलदियां बेअंत भुल्लां होईयां ने। कल नूं है निर्मल, अगला शब्द है शीतल। ये सिखां लई बड़ा जरूरी है कि मत्थे दी त्यूड़ी किते लै जाए। शीतलता है, ठंडा किन्ना को सिख है। आओ किरपा करो, जिन्ना जाना है गुरमुख प्यारे जाओ, काम कार ते तुसी जाना होना। बाकी जिन्ने नाम रोज जपदे हो, मैं बेनती करांगा कि उच्ची आवाज विच नेत्र बंद करके सतगुरु दे चरनां दा ध्यान टिका के ते वाहिगुरू शब्द इस तरह नहीं चलो मैं जप रहा ते तुसी मैनू सुना रहे हो, नहीं, इस तरह जपीए मैं वाहिगुरू जी दे चरनां च तरला लै रहा, बेनती कर रहा। करो किरपा और उच्चारण करो जी। वाहे गुरु वाहे गुरु, सारे किरपा करो। वाहे गुरु 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 वाहिगुरु 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 वाहिगुरु
ਵਾਹਿਗੁਰੂ 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 ਵਾਹਿ